ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मानयोग गुरु सवारियो, आप सारिਆਂ ਨੂੰ ਸਿੱਖ ਮਿਸ਼ਨ ਕਾਲਜ ਵੱਲੋਂ ਚੱਲ ਰਹੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸਿੱਖ ਰਹਿਤ ਮਰਿਆਦਾ ਦੀ ਲੜੀਵਾਰ ਵਿਚਾਰ ਅਸੀਂ ਕੀਤੀ ਹੈ। ਜੋ ਕੁਛ ਪ੍ਰਾਪਤ ਹੋਇਆ ਜਾਂ ਜਿੰਨੇ ਡਾਕੂਮੈਂਟ ਮਿਲੇ, ਜਿੰਨੀ ਕੁ ਸੇਧ ਲੈ ਸਕੇ, ਉਹਦੇ ਮੁਤਾਬਕ ਆਪ ਜੀ ਦੇ ਨਾਲ ਵਿਚਾਰਾਂ ਕੀਤੀਆਂ। ਸਾਰੀ ਵਿਚਾਰ ਹਰ ਵਿਅਕਤੀ ਦੇ ਕਰ ਸਕਣਾ ਬਸ ਦੀ ਬਾਤ ਨਹੀਂ ਹੈ, ਨਾ ਹੀ ਮੈਂ ਕਰ ਸਕਦਾ ਹਾਂ। ਕੁਝ ਗੱਲਾਂ ਹਾਲੇ ਵੀ ਉਹਦੇ ਵਿੱਚੋਂ ਰਹਿ ਗਈਆਂ ਹੋਣਗੀਆਂ। ਅੱਜ ਅਸੀਂ ਸਿਰਫ ਸਮਰੀ ਔਰ ਉਹ ਮਤੇ ਜਿਹੜੇ ਹੋਏ ਉਹਨਾਂ ਦੇ ਬਾਰੇ ਕੁਝ ਵਿਚਾਰ ਕਰਾਂਗੇ। ਉਸ ਤੋਂ ਪਹਿਲਾਂ ਸਿੱਖ ਰਹਿਤ ਮਰਿਆਦਾ ਦੀ ਜਾਣਕਾਰੀ ਜੋ ਅਸੀਂ ਪਹਿਲਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ, 5-7 ਮਿੰਟ ਉਹਦੇ ਲਈ, ਉਹਦਾ ਬੇਸ ਕੀ ਹੈ, ਕਿਉਂ ਰਹਿਤ ਮਰਿਆਦਾ ਬਣੀ, ਉਹ ਲੋੜ ਕੀ ਹੈ, ਇਹ ਚੀਜ਼ਾਂ ਅਸੀਂ ਪਹਿਲਾਂ ਵੀ ਇੱਕ ਵਾਰੀ ਵਿਚਾਰ ਕਰ ਚੁੱਕੇ ਹਾਂ। ਉਹ ਸਭ ਤੋਂ ਪਹਿਲਾਂ ਗੁਰੂ ਕਾਲ ਨੂੰ ਅਸੀਂ ਵੇਖਦੇ ਹਾਂ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੱਕ ਸਾਹਿਬ ਜੀ ਨੇ, ਦਸੇ ਗੁਰੂ ਸਾਹਿਬਾਨ ਨੇ ਜੋ ਸਿਧਾਂਤ ਬਖਸ਼ਿਸ਼ ਕੀਤੇ, ਉਹਨਾਂ ਵਿੱਚੋਂ ਜਿਹੜੇ ਗੁਰੂ ਸਾਹਿਬਾਨ ਨੇ ਬਾਣੀ ਉਚਾਰਨ ਕੀਤੀ, ਉਹ ਗੁਰਬਾਣੀ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹਨ। ਪਰ ਇਸ ਦਾ ਮਤਲਬ ਇਹ ਨਹੀਂ ਵੀ ਜਿਹੜੀ ਗੁਰੂ ਸਾਹਿਬਾਨ ਨੇ ਬਾਣੀ ਉਚਾਰਨ ਨਹੀਂ ਕੀਤੀ, ਉਹ ਉਹਨਾਂ ਦੇ ਸਿਧਾਂਤ ਕੋਈ ਵੱਖਰੇ ਹੋਣਗੇ। ਸਿਧਾਂਤ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ ਮੁਤਾਬਕ ਜੋਤ ਵੀ ਉਹ ਰਹੀ, ਜੁਗਤੀ ਵੀ ਉਹ ਰਹੀ, ਵਿਚਾਰਧਾਰਾ ਵੀ ਉਹ ਰਹੀ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਹਧਾਰੀ ਗੁਰੂ ਦਾ ਸਿਲਸਿਲਾ ਸੀ ਉਹ ਖਤਮ ਕਰਤਾ। 1699 ਦੀ ਵਿਸਾਖੀ ਨੂੰ ਖਾਲਸੇ ਦੀ ਸਿਰਜਣਾ ਕੀਤੀ ਔਰ 1708 ਵਿੱਚ ਜੋਤੀ ਜੋਤ ਸਮਾਉਣ ਤੋਂ ਬਾਅਦ ਸਤਿਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਸਰੀਰ ਗੁਰੂ ਪੰਥ ਅੰਦਰ ਔਰ ਜੁਗਤੀ ਗੁਰੂ ਗ੍ਰੰਥ ਅੰਦਰ ਰੱਖ ਕੇ, ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਬੈਠ ਕੇ ਗੁਰੂ ਪੰਥ ਨੂੰ ਅਧਿਕਾਰ ਦਿੱਤੇ ਕੌਮ ਦੇ ਲਈ, ਨਿਜ਼ਮ ਬਣਾਉਣ ਲਈ, ਘੜਨ ਦੇ ਲਈ। ਪਰ ਜੁਗਤੀ ਜੋਤ ਜੋ ਪਹਿਲਾਂ ਸੀ ਉਹਦੇ ਵਿੱਚ ਤਬਦੀਲੀ ਕਰਨ ਦਾ ਹੱਕ ਨਹੀਂ ਮਿਲਿਆ। ਜਿਹੜੀ ਜੁਗਤੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਬਾਣੀ ਰੂਪ ਵਿੱਚ ਜਾਂ ਆਪਣੇ ਜੀਵਨ ਕਾਲ ਵਿੱਚ ਉਪਦੇਸ਼ਾਂ ਰਾਹੀਂ, ਉਹਨਾਂ ਰਾਹੀਂ ਤਬਦੀਲੀ ਕਰਨ ਦਾ ਹੱਕ ਸਾਨੂੰ ਨਹੀਂ ਮਿਲਿਆ। ਉਸੇ ਹੱਕ ਨੂੰ ਜਦੋਂ ਅਸੀਂ ਵੇਖਦੇ ਹਾਂ, ਗੁਰੂ ਕਾਲ ਤੋਂ ਬਾਅਦ 1760 ਤੋਂ ਬਾਅਦ ਸਿੱਖ ਰਾਜ ਕਾਇਮ ਹੁੰਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਉਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ। ਹਰ ਜ਼ੁਲਮ ਜਿਹੜਾ ਸੀ ਉਹ ਸਿੱਖਾਂ ਦੇ ਉੱਤੇ ਕੀਤਾ ਗਿਆ। ਸਿੱਖਾਂ ਨੂੰ ਘਰ ਘਰ ਛੱਡ ਕੇ ਜੰਗਲਾਂ ਵਿੱਚ ਜਾਣਾ ਪੈ ਗਿਆ। ਗੁਰਦੁਆਰਿਆਂ ਦੀ, ਗੁਰੂ ਘਰਾਂ ਦੀ, ਧਰਮਸ਼ਾਲਾ ਦੀ ਮਰਿਆਦਾ ਜਿਹੜੇ ਸੀ ਉਦਾਸੀ ਨਿਰਮਲਿਆਂ ਮਸੰਦਾਂ ਦੇ ਹੱਥ ਵਿੱਚ ਆ ਗਈ। ਉਹਨਾਂ ਨੇ ਮਨ ਭਾਉਂਦੀਆਂ ਮਰਿਆਦਾਵਾਂ ਜਿਹੜੀਆਂ ਸਨ ਉਹ ਚਲਾਈਆਂ। ਗੁਰਦੁਆਰਿਆਂ ਵਿੱਚ ਮੂਰਤੀਆਂ ਪੂਜਾ, ਗੁਰਦੁਆਰਿਆਂ ਵਿੱਚ ਕੁਕਰਮ,
ਹੋਰ ਐਸੇ ਕੰਮ ਜਿਹੜੇ ਉਹ ਹੁੰਦੇ ਰਹੇ। ਇੱਥੋਂ ਤੱਕ ਕਿ ਗਦੇਲੇ ਲਾ ਕੇ ਪ੍ਰਕਰਮਾਂ ਦੇ ਵਿੱਚ ਦਰਬਾਰ ਸਾਹਿਬ ਜੀ ਦੇ ਬੈਠਦੇ ਰਹੇ, ਆਪਣੀ ਸ਼ਖਸੀ ਪੂਜਾ ਕਰਾਉਂਦੇ ਰਹੇ। ਸਿੱਖ ਰਾਜ ਆਉਂਦਾ ਹੈ, ਜਿਹਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਕਹਿੰਦੇ ਹਾਂ। ਉਹਨਾਂ ਨੇ ਗੁਰਦੁਆਰਿਆਂ ਦੇ ਨਾਂ ਤੇ ਜ਼ਗੀਰਾਂ ਲਵਾਈਆਂ, ਗੁਰਧਾਮ ਅਮੀਰ ਹੋ ਗਏ, ਪਰ ਸਿੱਖੀ ਦੀ ਅੰਦਰਲੀ ਮਰਿਆਦਾ ਵਿੱਚ ਕੋਈ ਦਖਲ ਨਾ ਦਿੱਤਾ। ਨਤੀਜਾ ਇਹ ਨਿਕਲਿਆ ਕਿ ਉਹ ਐਸ਼ਪ੍ਰਸਤੀ ਜੋ ਉਦਾਸੀ ਸੰਪਰਦਾਵਾਂ ਦੇ ਜਿਨ੍ਹਾਂ ਦਾ ਗੁਰਧਾਮਾਂ ਤੇ ਕਬਜ਼ਾ ਸੀ ਜਾਂ ਮਸੰਦਾਂ ਦਾ, ਉਹਨਾਂ ਨੇ ਉਸ ਐਸ਼ਪ੍ਰਸਤੀ ਵਿੱਚੋਂ ਨਿਕਲਣ ਦੀ ਥਾਂ ਤੇ ਹੋਰ ਜ਼ਿਆਦਾ ਸਾਧਨ ਹੋਣ ਕਰਕੇ ਜ਼ਿਆਦਾ ਆਪਣੀਆਂ ਹੱਟੀਆਂ ਤੇ ਦੁਕਾਨਾਂ ਖੋਲ੍ਹ ਲਈਆਂ। ਇੱਥੋਂ ਤੱਕ ਕਹਿ ਦਿੱਤਾ, ਇਹ ਸਾਡੀ ਹੱਟੀ ਹੈ, ਸਾਡੀਆਂ ਦੁਕਾਨਾਂ ਹਨ, ਅਸੀਂ ਇੱਥੇ ਆਪਣੀ ਮਰਜ਼ੀ ਦਾ ਸੌਦਾ ਵੇਚਾਂਗੇ। ਇੱਕ ਮਸੰਦ ਦੇ ਬੱਚੇ ਨੇ ਕਹਿ ਦਿੱਤਾ ਕਿ ਅਸੀਂ ਤਾਂ ਕੜਾਹ ਪ੍ਰਸ਼ਾਦ ਵੀ ਤੰਬਾਕੂ ਰਲਾ ਕੇ ਵੀ ਇਹ ਇੱਥੇ ਵਰਤਾ ਸਕਦੇ ਹਾਂ। ਇਹੋ ਜਿਹੀਆਂ ਗੱਲਾਂ ਜਿਹੜੀਆਂ ਸੀ ਹੁੰਦੀਆਂ ਰਹੀਆਂ। ਤਾਂ ਸਿੱਖ ਰਾਜ ਦਾ ਅੰਤ 1839 ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 10 ਸਾਲ ਬਾਅਦ 1849 ਵਿੱਚ ਹੋ ਜਾਂਦਾ ਹੈ। ਅੰਗਰੇਜ਼ ਪੂਰੀ ਤਰ੍ਹਾਂ ਕਾਬਜ਼ ਹੋ ਜਾਂਦੇ ਹਨ। ਅੰਗਰੇਜ਼ਾਂ ਨੇ ਡਾਇਰੈਕਟ ਭਾਵੇਂ ਦਖਲ ਨਹੀਂ ਦਿੱਤਾ, ਪਰ ਉਹਨਾਂ ਦੀਆਂ ਚਿੱਠੀਆਂ ਲਾਰਡ ਰਿਪਨ ਦੀਆਂ ਜਾਂ ਹੋਰ ਜੋ ਚਿੱਠੀਆਂ ਮਿਲਦੀਆਂ ਹਨ, ਉੱਥੋਂ ਗੱਲ ਸਪਸ਼ਟ ਹੈ ਵੀ ਸਿੱਖਾਂ ਨੂੰ ਡਾਇਰੈਕਟ ਗੁਰਦੁਆਰੇ ਦਾ ਪ੍ਰਬੰਧ ਸੌਂਪ ਕੇ ਅਸੀਂ ਇੱਥੇ ਬਹੁਤੀ ਦੇਰ ਰਾਜ ਨਹੀਂ ਕਰ ਸਕਾਂਗੇ। ਇਸ ਵਾਸਤੇ ਇਹਨਾਂ ਦੇ ਗੁਰਧਾਮਾਂ ਦੇ ਵਿੱਚ ਮਸੰਦਾਂ ਰਾਹੀਂ ਉਹਨਾਂ ਨੂੰ ਸ਼ਹਿ ਦੇ ਕੇ, ਉਹਨਾਂ ਨੂੰ ਪਾਵਰ ਦੇ ਕੇ ਉਹਨਾਂ ਦਾ ਕਬਜ਼ਾ ਹੀ ਬਣਿਆ ਰਹਿਣਾ ਚਾਹੀਦਾ ਹੈ, ਤਦ ਕਿ ਇਹਨਾਂ ਦੀ ਮਰਿਆਦਾ ਜਿਹੜੀ ਹੈ ਉਹ ਸ਼ੁੱਧ ਨਾ ਰਹਿ ਜਾਏ। ਵੇਲੇ ਦੀਆਂ ਸਰਕਾਰਾਂ ਹਮੇਸ਼ਾ ਹੀ ਇਹ ਕੰਮ ਕਰਦੀਆਂ ਨੇ, ਅੱਜ ਵੀ ਉਹ ਕੁਝ ਹੋ ਰਿਹਾ ਹੈ। ਉਸ ਵੇਲੇ ਵੀ ਹੁੰਦਾ ਸੀ, ਸਰਕਾਰ ਕੋਈ ਵੀ ਹੋਵੇ ਜਿਹਦੇ ਹਲੇਮੀ ਰਾਜ ਦਾ ਸੰਕਲਪ ਨਹੀਂ ਹੈ, ਉਹ ਸਰਕਾਰਾਂ ਹਮੇਸ਼ਾ ਹੀ ਦੂਜਿਆਂ ਨੂੰ ਖਤਮ ਕਰਨ ਦਾ ਯਤਨ ਕਰਦੀਆਂ ਹਨ। ਅੰਗਰੇਜ਼ਾਂ ਨੇ ਸਿੱਧੇ ਤੌਰ ਤੇ ਨਹੀਂ, ਬਿਲਕੁਲ ਉਹੀ ਨੀਤੀ ਅਪਣਾਈ ਜੋ ਨੀਤੀ ਅੱਜ ਦੀਆਂ ਸਰਕਾਰਾਂ ਅਪਣਾ ਰਹੀਆਂ ਹਨ। ਆਪਣੇ ਭਾੜੇ ਦੇ ਖਰੀਦੇ ਹੋਏ ਬੰਦਿਆਂ ਨੂੰ ਕਾਬਜ਼ ਕਰ ਦਿਓ, ਪਰ ਉਹਨਾਂ ਕੋਲੋਂ ਫੈਸਲੇ ਕਰਾਓ ਜਿਹੜੀ ਸਿੱਖੀ ਸਿਧਾਂਤਾਂ ਦੇ ਖਿਲਾਫ ਤੇ ਸਿੱਖੀ ਸਿਧਾਂਤਾਂ ਦੇ ਉਲਟ ਹੋਣ। ਅੱਜ ਵੀ ਉਹ ਕੁਝ ਵਾਪਰ ਰਿਹਾ ਹੈ ਤੇ ਉਦੋਂ ਵੀ ਵਾਪਰਦਾ ਰਿਹਾ। ਇਸੇ ਦੌਰਾਨ ਸਿੰਘ ਸਭਾ ਲਹਿਰ ਦਾ ਜਨਮ ਹੁੰਦਾ 1872 1872 ਦੇ ਕਰੀਬ। ਯਾਨੀ ਗੁਰਮੁਖ ਸਿੰਘ ਜੀ, ਯਾਨੀ ਦਿੱਤ ਸਿੰਘ ਜੀ, ਹੋਰ ਸ਼ਖਸੀਅਤਾਂ, ਬਹੁਤ ਪਿਆਰੀਆਂ ਸ਼ਖਸੀਅਤਾਂ, ਜਿਨ੍ਹਾਂ ਵਿੱਚ ਫਿਰ ਭਾਈ ਵੀਰ ਸਿੰਘ ਜੀ, ਭਾਈ ਕਾਹਨ ਸਿੰਘ ਜੀ ਨਾਭਾ, ਪ੍ਰੋਫੈਸਰ ਸਾਹਿਬ ਸਿੰਘ ਜੀ, ਇਹ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਹਨ ਬਾਅਦ ਦੇ ਵਿੱਚ ਇਹਦੇ ਵਿੱਚ ਸ਼ਾਮਲ ਹੋ ਜਾਂਦੀਆਂ। ਇਹਨਾਂ ਨੇ ਦੇ ਸਾਹਮਣੇ ਜੋ ਮੁੱਦੇ ਸਨ ਉਹ ਸੀ ਸਿੱਖ ਸਾਹਿਤ ਨੂੰ ਘੋਖਣਾ ਔਰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਉਹਨੂੰ ਸੰਗਤਾਂ ਤੱਕ ਪਹੁੰਚਾਉਣਾ। ਜੋ ਅੱਜ ਨਿਸ਼ਾਨਾ ਸਾਡੇ ਮਿਸ਼ਨਰੀ ਕਾਲਜਾਂ ਦਾ ਹੈ ਕਿ ਸਿੱਖ ਸਾਹਿਤ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਿਆ ਜਾਵੇ। ਉਹਦੇ ਵਿੱਚ ਜੇ ਕੋਈ ਮਿਲਾਵਟ ਨਜ਼ਰ ਆਉਂਦੀ ਹੈ ਉਹਨੂੰ ਛੱਡ ਦਿੱਤਾ ਜਾਏ, ਬਾਕੀ ਜੋ ਸਾਹਿਤ ਹੈ ਉਸ ਨੂੰ ਪ੍ਰਵਾਨ ਕਰ ਲਿਆ ਜਾਏ। ਜਿੰਨੀ ਕੁ ਬੁੱਧੀ ਮਾਲਕ ਨੇ ਬਖਸ਼ੀ ਹੈ, ਮਿਸ਼ਨਰੀ ਕਾਲਜਾਂ ਦਾ ਇਹ ਉਦੇਸ਼ ਹੈ ਵੀ ਇਹਨੂੰ ਗੁਰਬਾਣੀ ਦੀ ਕਸਵੱਟੀ ਤੇ ਰੱਖ ਕੇ ਸਾਹਿਤ ਨੂੰ ਪਰਖਿਆ ਜਾਵੇ। ਆਪਣੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨਾ, ਸਿੰਘ ਸਭਾ ਲਹਿਰ ਨੇ ਜਿਹੜਾ ਕੰਮ ਕੀਤੇ, ਔਰ ਪ੍ਰਚਾਰ ਦੀ ਲਹਿਰ ਨੂੰ ਤੇਜ਼ ਕਰਨਾ ਤਦ ਕਿ ਸਿੱਖਾਂ ਨੂੰ ਆਪਣੇ ਮੂਲ ਨਾਲ ਜੋੜਿਆ ਜਾ ਸਕੇ। ਉਸ ਦੇ ਰਿਜ਼ਲਟ ਨਿਕਲੇ, ਨਤੀਜੇ ਨਿਕਲੇ। ਜਦੋਂ ਸ਼ੁੱਧ ਚੀਜ਼ ਆਏਗੀ ਉਹ ਆਪਣਾ ਰੰਗ ਤਾਂ ਦਿਖਾਏਗੀ। ਤਾਂ ਸਿੰਘ ਸਭਾ ਲਹਿਰ ਦੇ ਸ਼ੁੱਧ ਨੇ ਜੋ ਸ਼ੁੱਧੀ ਪ੍ਰਚਾਰ ਸੀ, ਜੋ ਅਸਲੀ ਪ੍ਰਚਾਰ ਸੀ, ਖਾਲਸ ਪ੍ਰਚਾਰ ਸੀ, ਐਸੇ ਰੂਹਾਂ ਪੈਦਾ ਹੋਈਆਂ ਜਿਹਨਾਂ ਅੰਦਰ ਕੌਮੀ ਦਰਦ ਜਾਗਿਆ। ਉਹਨਾਂ ਨੇ ਕੁਝ ਕਰਨ ਦੇ ਸੰਕਲਪ ਜਿਹੜੇ ਸੀ ਕੀਤੇ। ਉਹਨਾਂ ਵਿੱਚੋਂ ਫਿਰ ਲਹਿਰਾਂ ਦਾ ਜਨਮ ਹੁੰਦਾ ਹੈ, ਸ਼ਹੀਦੀਆਂ ਹੁੰਦੀਆਂ ਨੇ, ਗੁਰਦੁਆਰੇ ਆਜ਼ਾਦ ਹੁੰਦੇ ਹਨ। ਇਹ ਇੱਕ ਲੰਬਾ ਵਿਸ਼ਾ ਹੈ, ਮੈਂ ਉਹਨੂੰ ਅੱਜ ਆਪ ਜੀ ਦੇ ਨਾਲ ਸਾਂਝਾ ਨਹੀਂ ਕਰ ਰਿਹਾ। ਮੈਂ ਤਾਂ ਸਿਰਫ ਸਿੱਖ ਰਹਿਤ ਮਰਿਆਦਾ ਦੀ ਗੱਲ ਆਪ ਜੀ ਨਾਲ ਹੀ ਅੱਜ ਕਰਨੀ ਹੈ। ਤਾਂ ਸਭ ਤੋਂ ਪਹਿਲਾਂ 30 ਅਕਤੂਬਰ ਸਨ 1910 ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਸਿੱਖ ਰਹਿਤ ਮਰਿਆਦਾ ਦਾ ਖਰੜਾ ਤਿਆਰ ਕੀਤਾ ਗਿਆ। ਜਾਂ ਇਹ ਕਹਿ ਸਕਦੇ ਹਾਂ ਕਿ ਚੀਫ ਖਾਲਸਾ ਦੀਵਾਨ ਦੇ ਇਸ ਖਰੜੇ ਦੇ ਨਹੀਂ ਸਿੱਖ ਰਹਿਤ ਮਰਿਆਦਾ ਦਾ ਮੁੱਢ ਜਿਹੜਾ ਸੀ ਉਹ ਬੰਦ ਦਿੱਤਾ। ਦੂਜੇ ਲਫ਼ਜ਼ਾਂ 'ਚ ਅਸੀਂ ਇਹ ਗੱਲ ਕਹਿ ਸਕਦੇ ਹਾਂ। ਫਿਰ 13 ਤੇ 15 ਮਾਰਚ 1927 ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ, ਉਸ ਤੋਂ ਬਾਅਦ ਉਹਦੀ ਇੱਕ ਜਨਰਲ ਇਜਲਾਸ, ਜਿਹਨੂੰ ਅਸੀਂ ਕਹਿੰਦੇ ਜਨਰਲ ਇਕੱਤਰਤਾ, ਸ਼੍ਰੀ ਅਕਾਲ ਤਖ਼ਤ ਸਾਹਿਬ ਤੇ
ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਾਸਟਰ ਤਾਰਾ ਸਿੰਘ ਜੀ ਦੀ ਪ੍ਰਧਾਨਗੀ ਦੇ ਥੱਲੇ ਹੋਈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇਜਾ ਸਿੰਘ ਜੀ ਦੀ ਸਰਦਾਰ ਤੇਜਾ ਸਿੰਘ ਜੀ ਦੀ ਤਜਵੀਜ਼ ਦੇ ਉੱਤੇ 28 ਵਿਦਵਾਨਾਂ ਦੀ ਇੱਕ ਰੋਹ ਰੀਤੀ ਸਬ ਕਮੇਟੀ ਦਾ ਗਠਨ ਕੀਤਾ ਗਿਆ। ਇਹ ਕਮੇਟੀ ਰਹਿਤਨਾਮਿਆਂ ਤੇ ਹੋਰ ਗੁਰਮਤਿ ਗ੍ਰੰਥਾਂ ਦੇ ਤੇ ਮੁਖੀਆਂ ਦੀ ਰਾਏ ਨਾਲ ਗੁਰਮਤਿ ਦੀ ਰੋਹ ਰੀਤੀ ਦਾ ਖਰੜਾ ਤਿਆਰ ਕਰਕੇ ਛੇਤੀ ਹੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਿਚਾਰ ਲਈ ਪੇਸ਼ ਕਰੇ। ਰੋਹ ਰੀਤੀ ਦਾ ਮਤਲਬ ਵੇ ਆਫ ਲਾਈਫ, ਗੁਰਮਤਿ ਦੀਆਂ ਕੀ ਮਰਿਆਦਾਵਾਂ ਹਨ, ਕੀ ਰਹਿਣ ਸਹਿਣ ਦਾ ਢੰਗ ਹੈ, ਉਹਨੂੰ ਰੋਹ ਰੀਤੀ ਲਫ਼ਜ਼ ਇੱਥੇ ਵਰਤਿਆ ਗਿਆ। ਗੁਰਮਤਿ ਦੀ ਰੋਹ ਰੀਤੀ ਭਾਵ ਗੁਰਮਤਿ ਦੀਆਂ ਪਰੰਪਰਾਵਾਂ, ਗੁਰੂਆਂ ਦੀਆਂ ਮਰਿਆਦਾਵਾਂ, ਉਹਦੇ ਮੁਤਾਬਕ ਇੱਕ ਖਰੜਾ ਤਿਆਰ ਕਰੇ। ਇਹਦੇ ਵਿੱਚ ਪੁਰਾਤਨ ਰਹਿਤਨਾਮਿਆਂ ਨੂੰ ਵੀ ਲਿਆ ਗਿਆ, ਪੁਰਾਤਨ ਗ੍ਰੰਥਾਂ ਨੂੰ ਵੀ ਲਿਆ ਗਿਆ, ਗੁਰੂ ਗ੍ਰੰਥ ਸਾਹਿਬ ਜੀ ਸਿੱਖ ਇਤਿਹਾਸ ਨੂੰ, ਗੁਰੂ ਕਾਲ ਦੇ ਇਤਿਹਾਸ ਨੂੰ ਵੀ ਸਾਹਮਣੇ ਰੱਖਿਆ ਗਿਆ। ਇਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਜਿਹੜੀ ਪੁਸਤਕ 50 ਸਾਲਾ ਇਤਿਹਾਸ ਹੈ, ਉਹਦੇ ਵਿੱਚ ਇਹ ਗੱਲ ਮਿਲਦੀ ਹੈ। ਉਹਦੇ ਪੇਜ ਨੰਬਰ 35 ਤੋਂ ਲੈ ਕੇ 41 ਤੱਕ ਇਹ ਸਾਰੇ ਡਿਟੇਲ ਉਹਦੇ ਵਿੱਚ ਲਿਖੀ ਹੋਈ ਹੈ। ਉਸ ਤੋਂ ਬਾਅਦ 28 ਫਰਵਰੀ 1931 ਨੂੰ 1931 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਜਨਰਲ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁੰਦੀ ਹੈ। ਇਸ ਵਿੱਚ ਭਾਈ ਰਣਧੀਰ ਸਿੰਘ ਜੀ ਨੂੰ ਵੀ ਰੋਹ ਰੀਤੀ ਸਾਹਿਬ ਕਮੇਟੀ ਦਾ ਮੈਂਬਰ ਲਿਆ ਗਿਆ। ਭਾਈ ਰਣਧੀਰ ਸਿੰਘ ਜੀ ਜੋ ਅਖੰਡ ਕੀਰਤਨੀ ਜਥੇ ਦੇ ਸਭ ਤੋਂ ਮੁਖੀ ਮੰਨੇ ਜਾਂਦੇ ਹਨ, ਉਹਨਾਂ ਨੂੰ ਵੀ ਇਹ ਗੱਲ ਉਹਦੇ ਵਿੱਚ ਸ਼ਾਮਲ ਕੀਤਾ ਗਿਆ। ਇਹ ਵੀ ਗੱਲ ਸ਼੍ਰੋਮਣੀ ਕਮੇਟੀ ਦਾ 50 ਸਾਲਾ ਇਤਿਹਾਸ ਜੋ ਕਿਤਾਬ ਹੈ, ਉਹਦੇ ਪੇਜ ਨੰਬਰ 82 ਦੇ ਉੱਤੇ ਲਿਖੀ ਹੋਈ ਮਿਲਦੀ ਹੈ। ਅਪ੍ਰੈਲ 1931 ਦੇ ਵਿੱਚ ਸਿੱਖ ਰਹਿਤ ਮਰਿਆਦਾ ਦਾ ਪਹਿਲਾ ਖਰੜਾ ਜੋ ਸ਼੍ਰੋਮਣੀ ਕਮੇਟੀ ਦਾ ਮੈਗਜ਼ੀਨ ਹੈ ਗੁਰਦੁਆਰਾ ਗਜ਼ਟ, ਇੱਕ ਗੁਰਮਤਿ ਪ੍ਰਕਾਸ਼ ਹੈ, ਇੱਕ ਗੁਰਦੁਆਰਾ ਗਜ਼ਟ ਹੈ, ਜਿਸ 'ਚ ਸਾਰਾ ਹਿਸਾਬ ਕਿਤਾਬ ਜਿਹੜਾ ਉਹ 'ਚ ਦੱਸਿਆ ਜਾਂਦਾ। 1 ਅਪ੍ਰੈਲ 1931 ਜਿਲਦ ਨੰਬਰ 3 ਛਾਪ ਕੇ ਸੰਗਤਾਂ ਦੀਆਂ ਰਾਵਾਂ ਲੈਣ ਲਈ ਵੰਡਿਆ। ਤਾਂ ਪਹਿਲਾ ਖਰੜਾ ਜਿਹੜਾ ਸੀ ਉਹ ਅਪ੍ਰੈਲ 1931 ਦੇ ਵਿੱਚ ਸੰਗਤਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਤੇ ਉਹਨੂੰ ਵੰਡਿਆ ਗਿਆ। 4-5 ਅਕਤੂਬਰ 1931 ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਕੇਸਗੜ੍ਹ ਸਾਹਿਬ, ਭਾਈ ਲਾਭ ਸਿੰਘ ਜੀ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਉਹਨਾਂ ਦੀ ਹਾਜ਼ਰੀ ਵਿੱਚ ਅਕਾਲ ਤਖਤ ਸਾਹਿਬ ਤੇ ਰੋਹ ਰੀਤੀ ਸਬ ਕਮੇਟੀ ਭਾਵ ਸ਼੍ਰੋਮਣੀ ਕਮੇਟੀ ਦਾ ਸਮਾਗਮ ਹੋਇਆ। ਇਹਦੇ ਵਿੱਚ ਸਿੱਖ ਰਹਿਤ ਮਰਿਆਦਾ ਦਾ ਖਰੜਾ ਬਾਹਰੋਂ ਆਈਆਂ ਰਾਵਾਂ ਦੇ ਆਧਾਰ ਤੇ ਤਬਦੀਲੀਆਂ ਕਰਕੇ, ਤਰਮੀਮ ਕਰਕੇ ਫਿਰ ਪੇਸ਼ ਕੀਤਾ ਗਿਆ। ਇਸ ਇਕੱਤਰਤਾ ਵਿੱਚ ਇਹ ਵੀ ਪ੍ਰਵਾਨ ਕੀਤਾ ਗਿਆ ਕਿ ਅਗਲੀ ਇਕੱਤਰਤਾ ਵਿੱਚ ਖਰੜੇ ਤੇ ਵਿਚਾਰ ਕਰਕੇ ਪਾਸ ਕੀਤੇ ਅਤੇ ਇਹ ਤਰਤੀਬ ਕੀਤਾ ਖਰੜਾ ਅਖਬਾਰਾਂ ਵਿੱਚ ਛਾਪ ਕੇ ਸੰਗਤਾਂ ਦੀਆਂ ਰਾਵਾਂ ਫਿਰ ਮੰਗੀਆਂ ਜਾਣ। ਇਹ ਗੱਲ ਵੀ ਨਵੰਬਰ ਮਹੀਨੇ ਦਾ ਗੁਰਦੁਆਰਾ ਗਜ਼ਟ ਮੈਗਜ਼ੀਨ ਹੈ 1931 ਦਾ 1931 ਦੇ ਵਿੱਚ ਉਹਦੇ ਛਪੀ ਹੋਈ ਹੈ। ਤਾਂ ਇਹਦਾ ਬੇਸ ਜੋ ਮੇਰੇ ਕੋਲ ਬੇਸ ਜਿਹੜਾ ਹੈ ਉਹ ਜੋ ਕੁਛ ਮਿਲਦਾ ਹੈ, ਮੈਂ ਉਹਦੇ ਆਧਾਰ ਤੇ ਆਪ ਜੀ ਦੇ ਨਾਲ ਗੱਲ ਸਾਂਝੀ ਕਰ ਰਿਹਾ। ਤਾਂ 3 ਜਨਵਰੀ 1932 ਨੂੰ 1932 ਸਿੱਖ ਰਹਿਤ ਮਰਿਆਦਾ ਦੇ ਖਰੜੇ ਦੇ ਵਿਚਾਰ ਲਈ ਰੋਹ ਰੀਤੀ ਸਬ ਕਮੇਟੀ ਦੀ ਇਕੱਤਰਤਾ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁੰਦੀ ਹੈ। ਫਿਰ ਉਸ ਤੋਂ ਬਾਅਦ 28 ਦਿਨਾਂ ਬਾਅਦ 31 ਜਨਵਰੀ 1932 ਨੂੰ ਸਿੱਖ ਰਹਿਤ ਮਰਿਆਦਾ ਦੇ ਖਰੜੇ ਦੇ ਵਿਚਾਰ ਲਈ ਰੋਹ ਰੀਤੀ ਸਬ ਕਮੇਟੀ ਦੀ ਇੱਕ ਹੋਰ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਈ ਹੈ। ਤਾਂ ਇੱਕ ਹੋਰ ਇਕੱਤਰਤਾ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਕਮੇਟੀ ਬਣਾਈ ਗਈ ਸੀ। ਉਸ ਤੋਂ ਬਾਅਦ ਫਿਰ 1932 ਮਾਰਚ ਮਹੀਨੇ ਦੀ 6 ਤਰੀਕ ਨੂੰ ਜੋ ਗੁਰਦੁਆਰਾ ਸ਼੍ਰੋਮਣੀ ਕਮੇਟੀ ਦਾ 50 ਸਾਲਾ ਇਤਿਹਾਸ ਦਾ ਪੰਨਾ ਨੰਬਰ 90 ਤੇ ਲਿਖੀ ਮਿਲਦੀ ਹੈ ਕਿ ਸ਼੍ਰੋਮਣੀ ਕਮੇਟੀ ਦੀ ਦੂਜੀ ਜਨਰਲ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਤੇਜਾ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਰੋਹ ਰੀਤੀ ਸਬ ਕਮੇਟੀ ਦੀ ਸੂਚੀ ਵਿੱਚੋਂ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ, ਕਿਉਂਕਿ ਉਹ ਅਕਾਲ ਚਲਾਣਾ ਕਰਕੇ ਗੁਰਪੁਰੀ 15 ਫਰਵਰੀ 1930 ਨੂੰ ਚਲਾਣਾ ਕਰਕੇ ਸੀ। ਬਾਬੂ ਤੇਜਾ ਸਿੰਘ ਜੀ ਭਸੌੜ ਜੋ ਪੰਥ ਵਿੱਚੋਂ ਛੇਕ ਦਿੱਤੇ ਗਏ ਸੀ। ਭਾਈ ਲਾਲ ਸਿੰਘ ਜੀ ਐਡੀਟਰ ਕਕਾਰ ਬਹਾਦਰ ਅੰਮ੍ਰਿਤਸਰ ਅਤੇ ਭਾਈ ਮਇਆ ਸਿੰਘ ਜੀ ਲਾਹੌਰ ਦੇ ਨਾਂ ਕੱਢ ਦਿੱਤੇ ਗਏ।
ਇਸ ਦੇ ਨਾਲ ਹੀ 8 ਹੋਰ ਨਵੇਂ ਨਾਮ ਜਿਹੜੇ ਸ਼ਾਮਲ ਕੀਤੇ ਗਏ, ਜਿਨ੍ਹਾਂ ਵਿੱਚ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਜੋ ਸ਼੍ਰੋਮਣੀ ਕਮੇਟੀ ਦੇ ਅੰਡਰ ਚੱਲ ਰਿਹਾ ਹੈ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਬਾ ਪ੍ਰੇਮ ਸਿੰਘ ਜੀ ਹੋਤੀ, ਇਹ ਨਾਮ ਜਿਹੜੇ ਸੀ ਇਹ ਸ਼ਾਮਲ ਕੀਤੇ ਗਏ। ਕਿਉਂ ਹੋਇਆ, ਕੀ ਹੋਇਆ? 2-3 ਨਾਵਾਂ ਬਾਰੇ ਹੀ ਵਿਆਖਿਆ ਮਿਲਦੀ ਹੈ, ਬਾਕੀ ਨਾਵਾਂ ਬਾਰੇ ਕੋਈ ਵਿਆਖਿਆ ਨਹੀਂ ਮਿਲਦੀ ਕਿ ਬਾਕੀ ਨਾਂ ਜਿਹੜੇ ਸਨ ਉਹ ਕਿਉਂ ਹਟਾਏ ਗਏ, ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਹੋ ਜਾਪਦਾ ਹੈ ਕਿ ਇਹਦੇ ਤੇ 1932 ਦੇ ਵਿੱਚ ਅਕਾਲੀ ਦਲ ਦਾ ਕੁਝ ਪ੍ਰਭਾਵ ਜਿਹੜਾ ਵਧਣਾ ਸ਼ੁਰੂ ਹੋਇਆ, ਜਿਹਦੇ ਕਰਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਇਹਦੇ ਵਿੱਚ ਸ਼ਾਮਲ ਕਰਨ ਦੀ ਲੋੜ ਪੈ ਗਈ। ਇਹੋ ਜਾਪਦਾ ਹੈ, ਕੀ ਸੀ ਮਨੋਰਥ, ਕੀ ਸੀ ਤਾਂ ਉਹੀ ਜਾਣਦੇ ਹਨ, ਲੇਕਿਨ ਮੈਨੂੰ ਜੋ ਜਾਪਦਾ ਹੈ, ਸਿਰਫ ਮੈਂ ਆਪ ਜੀ ਨਾਲ ਗੱਲ ਸਾਂਝੀ ਕਰ ਰਿਹਾ ਹਾਂ। ਮੈਨੂੰ ਜੋ ਲੱਗਦਾ ਹੈ, ਇਹ ਲੱਗਦਾ ਹੈ ਕਿ ਉਸ ਵੇਲੇ ਅਕਾਲੀ ਦਲ ਦੀ ਤਾਕਤ ਵਧਣੀ ਸ਼ੁਰੂ ਹੋ ਗਈ ਸੀ, ਔਰ ਇਉਂ ਕਹਿ ਲਈਏ ਦੂਜੇ ਲਫ਼ਜ਼ਾਂ ਵਿੱਚ ਵੀ ਅਕਾਲੀ ਦਲ ਦਾ ਪ੍ਰਭਾਵ ਸ਼੍ਰੋਮਣੀ ਕਮੇਟੀ ਦੇ ਉੱਤੇ ਵਧਣਾ ਸ਼ੁਰੂ ਹੋ ਗਿਆ ਸੀ। ਹਾਲਾਂਕਿ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਜਿਹੜਾ ਗਠਨ ਸੀ ਉਹ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣ ਲਈ ਕੀਤਾ ਗਿਆ ਸੀ, ਪਰ ਇਸ ਤਰ੍ਹਾਂ ਇੱਥੋਂ ਇਸ ਤਬਦੀਲੀ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਅਕਾਲੀ ਦਲ ਬਣਨ ਤੋਂ ਲਗਭਗ 10 ਸਾਲਾਂ ਦੇ ਵਿੱਚ ਹੀ, ਜਾਂ ਸ਼੍ਰੋਮਣੀ ਕਮੇਟੀ ਬਣਨ ਤੋਂ 11 ਸਾਲਾਂ ਦੇ ਵਿੱਚ ਹੀ ਉਹਦੇ ਉੱਤੇ ਰਾਜਨੀਤਿਕ ਪ੍ਰਭਾਵ ਥੋੜਾ ਬਹੁਤਾ ਵਧਣਾ ਸ਼ੁਰੂ ਹੋ ਗਿਆ ਸੀ। ਇੱਥੋਂ ਇਹ ਗੱਲ ਨਜ਼ਰ ਆਉਂਦੀ ਹੈ। ਫਿਰ 26 ਸਤੰਬਰ 1932 ਨੂੰ 1932 ਦੇ ਵਿੱਚ ਰਹਿਤ ਬਰਾਦਤ ਤੇ ਖੜੇ ਤੇ ਮੁੜ ਵਿਚਾਰ ਕਰਨ ਲਈ ਉਹ ਜਿਹੜੀ ਕਮੇਟੀ ਸੀ, ਰਹੁ ਰੀਤੀ ਸਬ ਕਮੇਟੀ ਦਾ ਇੱਕ ਹੋਰ ਸਮਾਗਮ ਉੱਥੇ ਕੀਤਾ ਗਿਆ। 30 ਦਸੰਬਰ ਤਕਰੀਬਨ 1 ਸਾਲ ਤੇ 2 ਮਹੀਨਿਆਂ ਬਾਅਦ ਜਾਂ 3 ਮਹੀਨਿਆਂ ਬਾਅਦ 1933 ਨੂੰ 1933 ਸ਼੍ਰੀ ਅਕਾਲ ਤਖਤ ਸਾਹਿਬ ਤੇ ਰਹੁ ਰੀਤ ਵਿਚਾਰਨ ਲਈ ਆਲ ਪਾਰਟੀਜ਼ ਕਾਨਫਰੰਸ ਹੋਈ। ਸਾਰੀਆਂ ਪਾਰਟੀਆਂ ਦੀ ਇੱਕ ਕਾਨਫਰੰਸ ਜਿਹੜੀ ਸੀ ਉੱਥੇ ਰੱਖੀ ਗਈ, ਆਲ ਪਾਰਟੀ ਕਾਨਫਰੰਸ ਜਿਹੜੀ ਉਹ ਹੋਈ। ਇਹਦੇ ਵਿੱਚ ਇਹ ਗੱਲ ਮੰਨੀ ਗਈ ਜਾਂ ਪ੍ਰਵਾਨ ਕੀਤੀ ਗਈ ਕਿ ਜਿਹੜੀਆਂ ਗੱਲਾਂ ਸੰਬੰਧੀ ਕੋਈ ਮਤਭੇਦ ਨਾ ਹੋਵੇ ਉਹ ਪਾਸ ਸਮਝੀਆਂ ਜਾਣ। ਇਹ ਗੱਲ 1933 ਦੀ ਹੈ, 30 ਦਸੰਬਰ 1933, 1933 30 ਦਸੰਬਰ, ਵੀ ਜਿਨ੍ਹਾਂ ਗੱਲਾਂ ਬਾਰੇ ਕੋਈ ਮਤਭੇਦ ਨਹੀਂ ਹੈ, ਸਾਰਿਆਂ ਦੇ ਵਿਚਾਰ ਮਿਲਦੇ ਜੁਲਦੇ ਹਨ, ਤਾਂ ਉਹਨਾਂ ਨੂੰ ਪਾਸ ਕਰ ਦਿੱਤਾ ਜਾਏ ਜਾਂ ਪਾਸ ਸਮਝੀਆਂ ਜਾਣ। ਇਸ ਇਕੱਤਰਤਾ ਵਿੱਚ ਕਈ ਹੋਰ ਪੁਆਇੰਟਸ ਦੇ ਉੱਤੇ, ਨੁਕਤਿਆਂ ਦੇ ਉੱਤੇ ਵਿਸਾਰ ਸਹਿਤ ਵਿਚਾਰ ਕੀਤੀ ਗਈ। ਇਸ ਵਿੱਚ ਇਹ ਪ੍ਰਵਾਨ ਹੋਇਆ ਕਿ ਸਮਾਗਮ ਮੁਲਤਵੀ ਨਹੀਂ ਕੀਤਾ ਜਾਏਗਾ ਅਤੇ ਸਿੱਖ ਦੀ ਤਾਰੀਫ ਤੇ ਵਿਚਾਰ ਕੀਤੀ ਜਾਵੇ। ਸਿੱਖ ਦੀ ਪਰਿਭਾਸ਼ਾ ਕੀ ਹੈ, ਡੈਫੀਨੇਸ਼ਨ ਕੀ ਹੈ ਸਿੱਖ ਦੀ, ਉੱਤੇ ਵਿਚਾਰ ਕੀਤੀ ਜਾਵੇ, ਕਿਉਂਕਿ ਸਿੱਖ ਦੀ ਪਰਿਭਾਸ਼ਾ ਬਾਰੇ ਸਹਿਮਤੀ ਨਹੀਂ ਹੈ। ਇਸ ਲਈ ਇਹ ਮਾਮੂਲੀ ਇਹ ਮਾਮਲਾ ਫਿਰ ਰਹੁ ਰੀਤੀ ਕਮੇਟੀ ਦੇ ਸਪੁਰਦ ਫਿਰ ਕਰ ਦਿੱਤਾ ਗਿਆ। ਹਾਲੇ ਤੱਕ ਉਸ ਵੇਲੇ ਸਹਿਮਤੀ ਨਹੀਂ ਸੀ ਬਣੀ 1933 ਦੇ ਵਿੱਚ। ਇਹ ਮਾਮਲਾ ਫਿਰ ਉਸੇ ਕਮੇਟੀ ਨੂੰ ਜਿਹੜੀ ਮਰਿਆਦਾ ਦੀ ਸੀ ਗੁਰਮਤ ਅਨੁਸਾਰ ਬਣਾਉਣ ਲਈ ਬਣਾਈ ਗਈ, ਉਹਦੇ ਸਪੁਰਦ ਕਰ ਦਿੱਤਾ ਗਿਆ ਵੀ ਇਹਦੀ ਪਰਿਭਾਸ਼ਾ ਨੂੰ ਠੀਕ ਕਰਕੇ ਲਿਖਿਆ ਜਾਏ। ਇਹ ਵੀ ਇੱਕ ਰੂਲਿੰਗ ਦਿੱਤੀ ਗਈ ਕਿ ਰਹੁ ਰੀਤੀ ਕਮੇਟੀ ਦੇ ਸਮਾਗਮ ਵਿੱਚ ਕੋਈ ਵੀ ਨਵੀਂ ਤਰਮੀਮ ਜਿਹੜੀ ਹੈ ਉਹ ਪੇਸ਼ ਨਹੀਂ ਕੀਤੀ ਜਾਵੇ, ਕਿ ਅਗਲੇ ਸਮਾਗਮ ਤੱਕ ਨਵੀਂ ਤਰਮੀਮ ਜਿਹੜੀ ਪੇਸ਼ ਨਾ ਕੀਤੀ ਜਾਏ। ਤੇ ਨਾਲ ਫਿਰ ਜਿਹੜੀ ਮੀਟਿੰਗ ਸੀ 31 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਗਈ, ਅਗਲੇ ਦਿਨ ਤੱਕ, ਭਾਵ ਇੱਕ ਦਿਨ ਹੋਰ ਮੁਲਤਵੀ ਕਰ ਦਿੱਤੀ ਗਈ। ਇਹ ਜਨਵਰੀ 1934 ਦਾ ਗੁਰਦੁਆਰਾ ਗਜ਼ਟ ਮੈਗਜ਼ੀਨ ਹੈ, ਉਹਦੇ 'ਚ ਸਾਰੀ ਕਾਰਵਾਈ ਛਪੀ ਹੋਈ ਮਿਲਦੀ ਹੈ। 1934 ਦਾ ਜਿਹੜਾ ਗੁਰਦੁਆਰਾ ਗਜ਼ਟ ਮੈਗਜ਼ੀਨ ਹੈ ਸਿੱਖ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਦੇ 'ਚ ਸਾਰੀ ਗੱਲ ਜਿਹੜੀ ਹੈ ਉਹ ਮਿਲਦੀ ਹੈ। ਉਸ ਤੋਂ ਬਾਅਦ 30 ਦਸੰਬਰ ਨੂੰ 31 ਦਸੰਬਰ ਨੂੰ ਫਿਰ ਦੁਬਾਰਾ ਜਿਹੜਾ ਮੁਲਤਵੀ ਕੀਤਾ ਹੋਇਆ ਸੀ ਜਾਂ ਪੋਸਟਪੋਨ ਜਾਂ ਕਹਿ ਲਈਏ ਜਾਂ ਅਗਲੇ ਦਿਨ ਤੇ ਪਾ ਦੇਣਾ, ਇਕੱਤਰਤਾ ਸੀ, ਫਿਰ ਅਕਾਲ ਤਖਤ ਸਾਹਿਬ ਤੇ ਉਹ ਮੀਟਿੰਗ ਹੋਈ।
ਇਹਦੇ ਵਿੱਚ ਰੋਹ ਰੀਤੀ ਕਮੇਟੀ ਦੇ ਮੈਂਬਰ ਵੱਡੀ ਗਿਣਤੀ ਵਿੱਚ, ਸ਼੍ਰੋਮਣੀ ਕਮੇਟੀ ਦੇ ਮੈਂਬਰ, ਅਕਾਲੀ ਦਲ ਦੇ ਮੈਂਬਰ, ਗੁਰਦੁਆਰਾ ਕਮੇਟੀਆਂ, ਅਖਬਾਰਾਂ ਦੇ ਨੁਮਾਇੰਦੇ ਸ਼ਾਮਲ ਹੋਏ। ਇਹ ਬਹੁਤ ਵੱਡੀ ਵਿਸ਼ਾਲ ਮੀਟਿੰਗ ਜਿਹੜੀ ਬੁਲਾਈ ਗਈ, ਜਿਹਦੇ ਵਿੱਚ ਉਹ ਕਮੇਟੀ ਵੀ ਜਿਹਨੇ ਸਾਰੀ ਮਰਿਆਦਾ ਬਣਾਈ ਸੀ ਜਾਂ ਕੀਤੀ ਸੀ, ਉਹ ਕਮੇਟੀ, ਅਕਾਲੀ ਦਲ ਦੇ ਸਾਰੇ ਮੈਂਬਰ ਜਿੰਨੇ ਕੁ ਵੱਧ ਤੋਂ ਵੱਧ ਆ ਸਕਦੇ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਚੋਣ ਨਾਲ ਉਸ ਵੇਲੇ ਚੁਣੇ ਹੋਏ ਸਨ, ਉਹਨਾਂ ਨੂੰ, ਅਖਬਾਰਾਂ ਦੇ ਨੁਮਾਇੰਦੇ ਜਿਹੜੇ ਸੀ ਉਹਨਾਂ ਨੂੰ, ਇਸ ਤੋਂ ਇਲਾਵਾ ਹੋਰ ਵੀ ਸਿੱਖ ਪਤਵੰਤੇ ਜਿਨ੍ਹਾਂ ਵਿੱਚ ਪ੍ਰਿੰਸੀਪਲ ਜਾਂ ਹੋਰ ਗੁਰਦੁਆਰਿਆਂ ਦੇ ਪ੍ਰਧਾਨ ਜਾਂ ਕੁਛ ਇਸ ਤਰ੍ਹਾਂ ਸੀ, ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ। ਕਰੀਬ ਕਰੀਬ ਇਹ ਕਹਿ ਲਈਏ ਕਿ ਉਹਨਾਂ ਦੀ ਗਿਣਤੀ ਜੋ ਲਿਖੀ ਗਈ ਹੈ ਉਹਦੇ ਵਿੱਚ ਆਪਣੇ ਗੁਰਦੁਆਰਾ ਗਜ਼ਟ ਵਿੱਚ ਉਹ 122 ਦੇ ਕਰੀਬ ਹੈ। 122 ਸੱਜਣਾਂ ਦੇ ਇਹਨੂੰ ਉਸ ਮੀਟਿੰਗ ਦੇ ਵਿੱਚ ਜਿਹੜਾ ਸੀ ਉਹ ਬੁਲਾਇਆ ਗਿਆ। ਇਸ ਵਿੱਚ ਨਾਮ ਬਾਣੀ ਦੇ ਅਭਿਆਸ ਬਾਰੇ ਜਿਹੜਾ ਆਪਾਂ ਪੜ੍ਹ ਚੁੱਕੇ ਹਾਂ, ਨਾਮ ਬਾਣੀ ਦਾ ਅਭਿਆਸ, ਉਹਦੇ ਬਾਰੇ ਤਰਮੀਮ ਪੇਸ਼ ਹੋਈ। ਉਹਦੇ ਚ ਲੋੜ ਜਾਂ ਚੇਂਜ ਕਰਨ ਦੀ ਗੱਲ ਜਿਹੜੀ ਸੀ ਕੀਤੀ ਗਈ। ਪਰ ਜਿਹੜੀ ਕਮੇਟੀ ਸੀ ਜਿਹਨੇ ਰਹਿਤ ਮਰਿਆਦਾ ਬਣਾਈ ਸੀ, ਜਾਂ ਉਹਦੀ ਕਹਿਣ ਦੇ ਉੱਤੇ ਤਰਮੀਮਾਂ ਵਾਪਸ ਲੈ ਲਈਆਂ ਗਈਆਂ ਵੀ ਨਹੀਂ, ਇਹ ਨਹੀਂ ਹੋ ਸਕਦਾ, ਕਿਉਂਕਿ ਜੋ ਨਾਮ ਬਾਣੀ ਦਾ ਅਭਿਆਸ ਵਿੱਚ ਲਿਖਿਆ ਗਿਆ ਹੈ ਉਹਦੇ ਵਿੱਚ ਚੇਂਜ ਜਿਹੜੀ ਹੈ ਉਹ ਨਹੀਂ ਹੋ ਸਕਦੀ। ਤਰਮੀਮਾਂ ਕੀ ਹੋਈਆਂ ਉਹਦਾ ਵੇਰਵਾ ਨਹੀਂ ਮਿਲਦਾ ਕਿ ਕਿਹੜੀਆਂ ਤਰਮੀਮਾਂ ਪੇਸ਼ ਹੋਈਆਂ ਸੀ, ਉਹਦੇ ਬਾਰੇ ਕੋਈ ਵੇਰਵਾ ਸਾਡੇ ਕੋਲ ਨਹੀਂ ਹੈ, ਨਾ ਹੀ ਮੈਨੂੰ ਵੇਰਵਾ ਕਿਤੋਂ ਮਿਲਿਆ ਵੀ ਉਹ ਕਿਹੜੀ ਤਰਮੀਮ ਸੀ ਜਿਹੜੀ ਪਾਸ ਨਹੀਂ ਹੋਈ, ਜਾਂ ਇਹ ਕਹਿ ਲਈਏ ਵੀ ਉਹਨੂੰ ਰੋਹ ਰੀਤੀ ਕਮੇਟੀ ਨੇ ਪ੍ਰਵਾਨ ਨਹੀਂ ਕੀਤਾ, ਤੇ ਇਸ ਕਰਕੇ ਉਹ ਜਿਹੜੇ ਸੀ ਉਹ ਵਾਪਸ ਲੈ ਲਈ ਗਈ। ਫਿਰ ਆਨੰਦ ਸਾਹਿਬ ਦੇ ਮੁੱਦੇ ਦੇ ਉੱਤੇ ਵੀ ਰੋਹ ਰੀਤੀ ਸਬ ਕਮੇਟੀ ਦੇ ਸਪੁਰਦ ਕਰ ਦਿੱਤਾ ਵੀ 6 ਪੌੜੀਆਂ ਦਾ ਕਰਨਾ ਜਾਂ 40 ਪੌੜੀਆਂ ਦਾ ਪਾਠ ਹੈ, ਜਾਂ ਉਹਨੂੰ ਸ਼ਾਮਲ ਕਰਨਾ ਜਾਂ ਨਹੀਂ ਕਰਨਾ, ਜਾਂ ਕਿਸ ਤਰ੍ਹਾਂ ਹੈ, ਜਾਂ ਉਹਨੂੰ ਨਿਤਨੇਮ ਵਿੱਚ ਪਾਉਣਾ ਕਿ ਨਹੀਂ ਕਰਨਾ, ਇਹਦਾ ਮਸਲਾ ਵੀ ਉੱਠਿਆ ਉੱਥੇ। ਇਹਨੂੰ ਵੀ ਫਿਰ ਦੁਬਾਰਾ ਰੋਹ ਰੀਤੀ ਸਬ ਕਮੇਟੀ ਜਿਹੜੀ ਬਣਾਈ ਸੀ ਉਹਦੇ ਅਧੀਨ ਕਰ ਦਿੱਤਾ ਗਿਆ ਵੀ ਉਹ ਉੱਤੇ ਵਿਚਾਰ ਕਰਨ, ਜਿਨ੍ਹਾਂ ਨੇ ਇੰਨੀ ਮਰਿਆਦਾ ਬਣਾਈ ਹੈ ਉਹੀ ਉਹਦੇ ਉੱਤੇ ਹੋਰ ਵਿਚਾਰ ਕਰਨਗੇ, ਤਾਂ ਹੀ ਗੱਲ ਜਿਹੜੀ ਬਣੇਗੀ। तो ਉਸ ਦੇ ਬਾਅਦ ਬਹਿਸ ਮੁਹਾਸਰਾ, ਆਪਸ ਵਿੱਚ ਵਿਚਾਰ ਵਟਾਂਦਰਾ ਵੀ ਹੋਇਆ, ਬਹਿਸ ਮੁਹਾਸਰਾ ਵੀ ਹੋਇਆ ਇਸ ਮੀਟਿੰਗ ਦੇ ਵਿੱਚ, ਕਿ ਜਿੱਥੇ ਇਹ ਫੈਸਲਾ ਇਹ ਹੋ ਗਿਆ ਵੀ ਜਿਹੜੀ ਗੱਲ ਉੱਤੇ 90% ਰਾਵਾਂ ਜਿਹੜੀਆਂ ਮਿਲਦੀਆਂ ਹੋਣਗੀਆਂ ਤੇ 90% ਲੋਕਾਂ ਦੇ ਵਿਚਾਰ ਮਿਲਦੇ ਹੋਣਗੇ, ਉਹਨਾਂ ਨੂੰ ਪਾਸ ਹੀ ਸਮਝਿਆ ਜਾਏਗਾ, ਕਿਉਂਕਿ ਇਸ ਢੰਗ ਨਾਲ ਤਾਂ ਮਰਿਆਦਾ ਬਣ ਹੀ ਨਹੀਂ ਸਕੇਗੀ। ਜੇ ਇੱਕ ਬੰਦਾ ਵੀ ਉੱਠ ਕੇ ਬੋਲ ਪਵੇ, ਉਹਦੇ ਵਿਚਾਰ ਅਲੱਗ ਹੋਣ, ਤਾਂ ਫਿਰ ਮਰਿਆਦਾ ਬਣਾ ਹੀ ਨਹੀਂ ਸਕਦੇ। ਇਹ ਕਹਿ ਰਹੀ ਵੀ ਜਥੇਬੰਦੀ ਦਾ ਜਿਹੜਾ ਅਸੂਲ ਸੀ ਵੀ ਆਪਣੇ ਨਿੱਜੀ ਵਿਚਾਰ ਭਾਵੇਂ ਕੁਝ ਵੀ ਹੋਣ, ਉਹਨੂੰ ਜਥੇਬੰਦੀ ਦੀ ਬਹੁਤ ਸੰਮਤੀ ਦੇ ਵਿਚਾਰਾਂ ਵਿੱਚ ਕੁਰਬਾਨ ਕਰ ਦੇਣਾ ਹੀ ਜਥੇਬੰਦੀ ਦਾ ਇੱਕ ਅਸੂਲ ਹੁੰਦਾ, ਡਿਸਪਲਿਨ ਹੁੰਦਾ। ਕੋਈ ਵੀ ਸੰਪਰਦਾ, ਕੋਈ ਵੀ ਜਥੇਬੰਦੀ, ਕੋਈ ਵੀ ਸੰਸਥਾ ਹੋਵੇ, ਜੇ ਆਪਣੇ ਵਿਚਾਰਾਂ ਤੇ ਬੰਦਾ ਅੜ ਜਾਏ ਤਾਂ ਉੱਥੇ ਕੋਈ ਫੈਸਲਾ ਨਹੀਂ ਹੋ ਸਕਦਾ, ਨਾ ਹੀ ਸੰਸਥਾ ਚੱਲ ਸਕਦੀਆਂ, ਨਾ ਹੀ ਸੰਸਥਾਵਾਂ ਦੇ ਮੁਖੀਆਂ ਨੂੰ ਇਸ ਗੱਲ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਅੜ ਕੇ ਖੜੇ ਹੋ ਜਾਈਏ। ਗੁਰਦੁਆਰਾ ਕਮੇਟੀਆਂ ਦੇ ਝਗੜਿਆਂ ਦਾ ਕਾਰਨ ਇਹੀ ਹੈ ਵੀ ਅਸੀਂ ਅੜ ਕੇ ਖੜੇ ਹੋ ਜਾਂਦੇ ਹਾਂ। ਪਹਿਲੀ ਕਮੇਟੀ ਜਿਹਨਾਂ ਦਾ ਭਾਵੇਂ ਗਲਤ ਕੰਮ ਵੀ ਹੋਵੇ ਤਾਂ ਵੀ ਉਹ ਕਹਿਣਗੇ ਅਸੀਂ ਠੀਕ ਹੈ, ਦੂਜਿਆਂ ਦਾ ਭਾਵੇਂ ਠੀਕ ਗਲਤ ਕੰਮ ਵੀ ਹੋਵੇ ਉਹਨਾਂ ਨੂੰ ਵੀ ਉਹ ਠੀਕ ਕਹਿਣਗੇ, ਉੱਥੇ ਝਗੜੇ ਗੁਰਦੁਆਰਿਆਂ ਵਿੱਚ ਖੜੇ ਹੋ ਜਾਂਦੇ। ਕਾਰਨ ਕੀ ਹੈ ਕਿ ਸਾਨੂੰ ਜਥੇਬੰਦੀ ਦੀ ਬਹੁਤ ਸੰਮਤੀ ਵਾਲੀ ਮਰਿਆਦਾ ਸਮਝ ਨਹੀਂ ਆਈ। ਅਸੀਂ ਨਿੱਜੀ ਵਿਚਾਰਾਂ ਨੂੰ ਅਹਿਮੀਅਤ ਦਿੰਦੇ ਹਾਂ, ਜਥੇਬੰਦੀ ਦੇ ਵਿਚਾਰਾਂ ਨੂੰ ਅਹਿਮੀਅਤ ਨਹੀਂ ਦਿੰਦੇ। ਕੌਮ ਦੀ ਜਿਹੜੀ ਤਰੱਕੀ ਹੈ, ਚੜ੍ਹਦੀ ਕਲਾ, ਉਹ ਜਥੇਬੰਦਕ ਫੈਸਲਿਆਂ ਵਿੱਚ ਹੁੰਦੀ ਹੈ, ਨਾ ਕਿ ਉਹ ਜਾਤੀ ਫੈਸਲਿਆਂ ਦੇ ਵਿੱਚ ਹੁੰਦੀ ਹੈ। ਇਹ ਫੈਸਲਾ ਹੋ ਗਿਆ ਵੀ 90% ਜਿਹੜੀਆਂ ਮੱਦਾਂ ਦੇ ਉੱਤੇ ਰਾਵਾਂ ਮਿਲਦੀਆਂ ਹੋਣਗੀਆਂ ਉਹਨਾਂ ਨੂੰ ਪਾਸ ਸਮਝਿਆ ਜਾਵੇ ਜਾਂ ਪਾਸ ਕਰ ਦਿੱਤਾ ਜਾਵੇ। ਬਹੁਤ ਸੰਮਤੀ ਦੀ ਰਾਏ ਮੁਤਾਬਕ ਹੀ ਪ੍ਰਧਾਨ ਜੀ ਨੇ ਸਮਾਗਮ ਨਿਸ਼ਚਿਤ ਸਮੇਂ ਲਈ ਮੁਲਤਵੀ ਕਰ ਦਿੱਤਾ
ਅਤੇ ਫਿਰ ਦਰਬਾਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲਿਆ ਗਿਆ। ਇਹਦਾ ਮਤਲਬ ਇਹ ਹੈ ਵੀ ਇਹ ਇਜਲਾਸ ਜਿਹੜੇ ਸਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੁੰਦੇ ਸਨ, ਅਕਾਲ ਤਖਤ ਸਾਹਿਬ ਦੇ ਉੱਤੇ ਵੀ, ਵੈਸੇ ਵੀ ਜਿਹੜੇ ਇਜਲਾਸ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦੇ ਸਨ, ਤਾਂ ਕਿ ਗੁਰੂ ਗ੍ਰੰਥ ਜੋ ਜੋਤ ਹੈ ਉਹਨੂੰ ਅੱਗੇ ਰੱਖਿਆ ਜਾਵੇ। ਫਿਰ 1936 ਦੇ ਵਿੱਚ 1 ਅਗਸਤ ਨੂੰ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਸੀ, ਉਹਦੇ ਵੱਲੋਂ ਰਹਿਤ ਮਰਿਆਦਾ ਦਾ ਜੋ ਖਰੜਾ ਸੀ ਬਣ ਕੇ ਆ ਗਿਆ, ਉਹਨੂੰ ਪ੍ਰਵਾਨ ਕਰ ਦਿੱਤਾ ਗਿਆ, ਭਾਵ ਉਹਨੂੰ ਪ੍ਰਵਾਨ ਕਰ ਲਿਆ ਗਿਆ। 12 ਅਕਤੂਬਰ 1936 1936 ਸਿੱਖ ਰਹਿਤ ਮਰਿਆਦਾ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਦੇ ਮਤਾ ਨੰਬਰ 1 ਮਿਤੀ 1 ਅਗਸਤ 1936 ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੇ ਮਤਾ ਨੰਬਰ 149 ਅਨੁਸਾਰ ਪ੍ਰਵਾਨ ਕਰਕੇ ਜਾਰੀ ਕੀਤੀ ਗਈ ਅਤੇ ਨਿਰਣਾ ਕੀਤਾ ਗਿਆ, ਜਦ ਤੱਕ ਕਮੇਟੀ ਕੋਈ ਹੋਰ ਫੈਸਲਾ ਨਾ ਕਰੇ ਤਦ ਤੱਕ ਸਮੂਹ ਗੁਰਦੁਆਰਿਆਂ ਵਿੱਚ ਰਹੁ ਰੀਤੀ ਅਤੇ ਰਹਿਤ ਮਰਿਆਦਾ ਇਸ ਅਨੁਸਾਰ ਹੀ ਕੀਤੀ ਜਾਇਆ ਕਰੇ। ਸਿੱਖ ਰਹਿਤ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੋਹਨ ਸਿੰਘ ਜੀ ਨੇ ਪੰਥ ਦੇ ਨਾਮ ਤੇ ਪਹਿਲੀ ਵਾਰੀ ਜਾਰੀ ਕੀਤੀ 12 ਅਕਤੂਬਰ 1936 ਨੂੰ। ਇੱਥੋਂ ਥੋੜੀ ਜਿਹੀ ਗੱਲ ਇਹ ਸਮਝ ਆਉਂਦੀ ਹੈ ਵੀ ਸਾਰੀਆਂ ਲਗਭਗ 5 ਸਾਲ ਇਹ ਵਿਚਾਰ ਵਟਾਂਦਰਾ ਹੁੰਦਾ ਰਿਹਾ, 5 ਸਾਲ ਲਗਾਤਾਰ, ਜਾਂ ਇਉਂ ਕਹਿ ਲਈਏ ਵੀ 1910 ਤੋਂ ਲੱਗਿਆ ਹੋਇਆ ਨੂੰ ਜਿਹੜਾ ਚੀਫ ਖਾਲਸਾ ਦੀਵਾਨ ਨੇ ਖਰੜਾ ਤਿਆਰ ਕੀਤਾ ਸੀ, ਉਸ ਖਰੜੇ ਨੂੰ ਕਰਨ ਦੇ ਲਈ 1927 ਤੋਂ ਇਹ ਗੱਲ ਸ਼ੁਰੂ ਹੋਈ। 31 ਤੋਂ ਤਾਂ ਫਿਰ ਉਹ ਕਮੇਟੀਆਂ ਬਣ ਕੇ ਸ਼ੁਰੂ ਹੋ ਗਈ। ਇਉਂ ਕਹਿ ਲਈਏ ਦੂਜੇ ਲਫ਼ਜ਼ਾਂ 'ਚ ਇਸ ਤਰ੍ਹਾਂ ਅਸੀਂ ਗੱਲ ਕਰ ਲਈਏ ਵੀ ਲਗਭਗ 9 ਸਾਲ ਦੇ ਉੱਤੇ ਉਹ ਖਰੜੇ ਤੇ ਵਿਚਾਰ ਹੁੰਦੀ ਰਹੀ। ਇਹਦਾ ਮਤਲਬ ਕਿੰਨਾ ਮਹੱਤਵਪੂਰਨ ਡਾਕੂਮੈਂਟ ਹੋਏਗਾ ਇਹ, ਜਿਹਦੇ ਤੇ ਇੰਨੀਆਂ ਲੰਬੀਆਂ ਚੌੜੀਆਂ ਵਿਚਾਰਾਂ ਹੋਈਆਂ। ਅਸੀਂ ਅੱਜ ਕਹਿ ਦਿੰਦੇ ਹਾਂ, ਆਮ ਗੱਲ ਕਰ ਦਿੰਦੇ ਹਾਂ, ਲੋ ਜੀ ਇਹ ਤਾਂ ਕਮੇਟੀ ਦੀ ਮਰਿਆਦਾ ਹੈ, ਇਹ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਹੈ, ਅਕਾਲੀਆਂ ਦੀ ਮਰਿਆਦਾ ਹੈ, ਇਹ ਮਰਿਆਦਾ ਤਾਂ ਪਾਸ ਹੀ ਨਹੀਂ ਹੋਈ ਜਾਂ ਹੋਇਆ ਹੀ ਨਹੀਂ। ਆਮ ਜਿਨ੍ਹਾਂ ਨੇ ਨਹੀਂ ਮੰਨਣੀ ਇਹੋ ਜਿਹੀਆਂ ਦਲੀਲਾਂ ਪੇਸ਼ ਕੇ ਤਾਂ ਖਰੜਾ ਹੀ ਹੈ। ਖਰੜਾ ਉਨੀ ਦੇਰ ਤੱਕ ਹੁੰਦਾ ਜਦ ਤੱਕ ਉੱਤੇ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਹੈ। ਜਦੋਂ ਖਰੜਾ ਤੇ ਵਿਚਾਰ ਵਟਾਂਦਰਾ ਹੋ ਕੇ ਦਸਤਖਤ ਹੋ ਜਾਂਦੇ ਹਨ, ਰਾਸ਼ਟਰਪਤੀ ਪ੍ਰਵਾਨ ਕਰ ਲੈਂਦਾ, ਉਸ ਤੋਂ ਬਾਅਦ ਕਾਨੂੰਨ ਬਣ ਜਾਂਦਾ ਹੈ। ਇਹ ਕਾਨੂੰਨ ਬਣਿਆ 1936 ਦੇ ਵਿੱਚ, ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਵੱਲੋਂ ਕੀਤੀਆਂ ਹੋਈਆਂ ਸਿਫਾਰਿਸ਼ਾਂ, ਕੀਤੀਆਂ ਹੋਈਆਂ ਪਰੰਪਰਾਵਾਂ, ਬਣਾਈਆਂ ਹੋਈਆਂ ਮਰਿਆਦਾਵਾਂ ਜੋ ਰਹਿਤ ਮਰਿਆਦਾ ਦੇ ਦਰਜ ਹਨ, ਉਹ ਕੌਮ ਦੇ ਨਾਂ ਦੇ ਉੱਤੇ ਜਾਰੀ ਕਰ ਦਿੱਤੀਆਂ। ਔਰ ਇਹ ਐਲਾਨ ਕਰ ਦਿੱਤਾ ਗਿਆ ਕਿ ਜਦ ਤੱਕ ਇਹਦੇ ਵਿੱਚ ਕੋਈ ਹੋਰ ਤਬਦੀਲੀ ਨਹੀਂ ਹੁੰਦੀ, ਉਦੋਂ ਤੱਕ ਸਾਰੇ ਗੁਰਦੁਆਰਿਆਂ ਦੇ ਵਿੱਚ ਇਹ ਰਹੁ ਰੀਤੀ ਭਾਵ ਮਰਿਆਦਾ ਜਿਹੜੀ ਹੈ ਉਹ ਇਸ ਰਹਿਤ ਮਰਿਆਦਾ ਦੇ ਅਨੁਸਾਰ ਹੀ ਕੀਤੀ ਜਾਵੇ। ਇਹ ਪਾਸ ਜਿਹੜਾ ਸੀ ਕੀਤਾ ਗਿਆ 12 ਅਕਤੂਬਰ 1936 ਨੂੰ। ਫਿਰ ਨਵੰਬਰ 1936 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸਰਦਾਰ ਲਾਲ ਸਿੰਘ ਜੀ ਵੱਲੋਂ ਸਿੱਖ ਰਹਿਤ ਮਰਿਆਦਾ ਦੀ ਪਹਿਲੀ ਐਡੀਸ਼ਨ ਛਾਪੀ ਗਈ। ਹੁਣ ਸ਼੍ਰੋਮਣੀ ਕਮੇਟੀ ਨੇ ਇਹਨੂੰ ਛਾਪਿਆ ਹੈ, ਇਹਨੂੰ ਬਣਾਇਆ ਨਹੀਂ। ਮੈਂ ਫਿਰ ਬੇਨਤੀ ਕਰਦਿਆਂ, ਇਹ ਮਰਿਆਦਾ ਨੂੰ ਸ਼੍ਰੋਮਣੀ ਕਮੇਟੀ ਨੂੰ ਛਾਪਣ ਦੀ ਜ਼ਿੰਮੇਵਾਰੀ ਦਿੱਤੀ ਗਈ। ਹਾਂ, ਸ਼੍ਰੋਮਣੀ ਕਮੇਟੀ ਨੇ ਆਪਣਾ ਫਰਜ਼ ਸਮਝਦਿਆਂ ਹੋਇਆ, ਮੈਂ ਇਹਦੇ 'ਚ ਕੋਈ ਵੀ ਕਹਿ ਤੋਂ ਸੰਕੋਚ ਨਹੀਂ ਕਰਦਾ ਕਿ ਪੰਥ ਦਰਦ ਰੱਖਣ ਵਾਲੇ ਵੀ ਉਸ ਵੇਲੇ ਇਹਨਾਂ ਕਮੇਟੀਆਂ 'ਚ ਮੌਜੂਦ ਹੁੰਦੇ ਸਨ। ਤੇ ਹੌਲੀ ਹੌਲੀ ਨਿਗਾਰ ਆਉਂਦਾ ਗਿਆ, ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਰਾਜਨੀਤੀ ਅੰਦਰ ਵੜਦੀ ਗਈ, ਗੱਦੀਆਂ ਦੀਆਂ ਚਾਹਵਾਨ ਕੁਰਸੀਆਂ ਦੀਆਂ ਦੌੜਾਂ ਵੱਧਦੀਆਂ ਗਈਆਂ, ਇਹਦੇ 'ਚ ਨਿਗਾਰ ਆਉਂਦਾ ਗਿਆ। ਲੇਕਿਨ ਐਡਾ ਵੱਡਾ ਕੰਮ ਕਰਨਾ, ਜਾਂ ਇਹ ਮੈਂ ਇੱਕ ਸਦੀ ਦਾ ਸਭ ਤੋਂ ਵੱਡਾ ਕੰਮ ਅਗਰ ਹੈ ਤਾਂ ਸਿੱਖ ਰਹਿਤ ਮਰਿਆਦਾ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਮ ਕੀਤਾ ਹੈ। 100 ਸਾਲ ਦੇ ਇਤਿਹਾਸ ਵਿੱਚ ਜੇ ਉਹਨਾਂ ਦੇ ਇਹ ਗੱਲ ਆਏਗੀ ਤਾਂ ਇਹ ਸਭ ਤੋਂ ਵੱਡੀ ਗੱਲਬਾਤ ਇਹ ਆਏਗੀ ਜਿਹੜੀ ਰਹਿਤ ਮਰਿਆਦਾ ਦੀ ਨਿਯਮ ਬਣਾ ਦੇਣੇ। ਕਿਉਂਕਿ ਜਿਹੜੀ ਕੌਮ ਦੇ ਨਿਯਮ ਹੀ ਨਹੀਂ ਹਨ, ਨਿਯਮਾਵਲੀ ਨਹੀਂ ਹੈ, ਵੇ ਆਫ ਲਾਈਫ ਨਹੀਂ ਹੈ,
ਬਣਾਉਣਾ ਕੀ ਹੈ ਸਮਝ ਆ ਨਹੀਂ ਰਹੀ। ਕੋਈ ਕੁਛ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ। ਜਿਹਨੂੰ ਦੋ ਗੰਢੀਆਂ ਸੁੱਟਦੀਆਂ ਲੱਭ ਪਈਆਂ ਉਹ ਖਾਨਦਾਨੀ ਪੰਸਾਰੀ ਬਣ ਕੇ ਬਹਿ ਜਾਂਦਾ ਸੀ, ਜਦ ਕਿ ਉਹਨੂੰ ਪਤਾ ਹੀ ਨਹੀਂ ਵੀ ਮਰਿਆਦਾ ਕੀ ਹੁੰਦੀ ਹੈ। ਐਸੀ ਜੋ ਗੁਰਦੁਆਰੇ ਦੀ ਹਾਲਤ ਬਣੀ ਸੀ ਉਹ ਚੋਂ ਕੱਢ ਕੇ ਤੇ ਇੱਕ ਐਸੀ ਮਰਿਆਦਾ ਬਣਾ ਦੇਣੀ ਜਿਹਦੇ ਵਿੱਚ ਸਾਰੇ ਸਮੁੱਚੀ ਕੌਮ ਨੂੰ ਇੱਕ ਲੜੀ ਵਿੱਚ ਪਰਾਉਣ ਦੀ ਗੱਲਬਾਤ ਹੈ। ਇਹ ਪੰਥ ਦਾ ਦਰਦ ਰੱਖਣ ਵਾਲੇ ਉਹਨਾਂ ਖਾਸ ਆਗੂਆਂ ਦੇ ਕਹਿ ਲਈਏ ਜਿਨ੍ਹਾਂ ਦੇ ਅੰਦਰ ਇਹ ਜਜ਼ਬਾਤ ਪੈਦਾ ਹੋਏ ਵੀ ਅਸੀਂ ਇਹਦੇ ਲਈ ਕੋਈ ਨਾ ਕੋਈ ਬਣਾ ਦਈਏ। ਅਦਰਵਾਈਜ਼ ਹਰ ਬੰਦਾ ਆਪਣੀ ਡਫਲੀ ਵਜਾਉਂਦਾ, ਮੈਂ ਵੱਖਰੇ ਵਿਚਾਰ ਰੱਖਦਾ, ਤੁਸੀਂ ਵੱਖਰੇ ਰੱਖਦੇ। ਜਿੰਨੀ ਜਿੰਨੀ ਕਹਿੰਦੀ ਸਮਝ ਸੀ, ਕਿਸੇ ਨਾਲ ਕੋਈ ਵਰਜਦਾ ਨਾ ਰੋਕਦਾ ਨਾ। ਜੋ ਹਾਲਾਤ ਸਾਡੇ ਬਣਦੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੋਣੇ ਚਾਹੀਦੇ ਨੇ। ਪਰ ਇਹ ਇੱਕ ਬਹੁਤ ਵੱਡਾ ਕੰਮ ਸੀ, ਅਹਿਮ ਕੰਮ ਸੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ, ਦੀ ਦੇਖ ਰੇਖ 'ਚ ਹੋਇਆ। ਹਾਲਾਂ ਉਹਨਾਂ ਨੇ ਦਖਲ ਨਹੀਂ ਦਿੱਤਾ। ਕਮੇਟੀਆਂ ਬਣੀਆਂ, ਕਮੇਟੀਆਂ ਦੇ ਰਾਵਾਂ ਹੁੰਦੀਆਂ ਰਹੀਆਂ, ਮੀਟਿੰਗਾਂ ਹੁੰਦੀਆਂ, ਸਥਾਨ ਦਿੱਤੇ ਗਏ, ਉਹਨਾਂ ਦੀ ਸਹੂਲਤ ਕੀਤੀ ਗਈ, ਖਰਚੇ ਕੀਤੇ ਸ਼੍ਰੋਮਣੀ ਕਮੇਟੀ ਨੇ। ਲੇਕਿਨ ਉਹਦੇ ਵਿੱਚ ਵੜ ਕੇ ਆਪ ਆਪਣੀ ਮਰਿਆਦਾ ਨਹੀਂ ਸੀ ਬਣਵਾਈ ਵੀ ਅਸੀਂ ਨਹੀਂ ਸਾਡੀ ਮਰਿਆਦਾ ਬਣੇ, ਅਕਾਲੀਆਂ ਦੀ ਮਰਿਆਦਾ ਬਣੇ, ਕਿਤੇ ਨਹੀਂ ਸੀ ਬਣਾਇਆ। ਐਸੇ ਸੂਝਵਾਨ ਵਿਅਕਤੀ ਸਨ ਜਿਹੜੇ ਵਿਅਕਤੀਆਂ ਦੀਆਂ ਆਪਣੇ ਲਿਸਟ ਪੜਾਂਗੇ ਅਸੀਂ ਜਦੋਂ ਅੱਗੇ ਲੱਗੀ ਹੋਈ ਆ ਤਾਂ ਕਦੇ ਪੜ੍ਹ ਕੇ ਦੇਖੋ। ਰਹਿਤ ਮਰਿਆਦਾ ਦੇ ਜਦੋਂ ਪਹਿਲੇ ਪੰਨਿਆਂ ਦੇ ਉੱਤੇ ਉਹਦੇ 8 ਪੇਜ ਇਸੇ ਗੱਲ ਤੇ ਲੱਗੇ ਹੋਏ ਨੇ। ਹਾਲਾਂ ਚੀਜ਼ਾਂ ਉਹਦੇ 'ਚ ਨਹੀਂ ਲਿਖੀਆਂ ਹੋਈਆਂ, ਲੇਕਿਨ ਇਹਨਾਂ ਕੁ ਹਵਾਲਾ ਦਿੱਤਾ ਗਿਆ ਮੀਟਿੰਗ ਹੋਈ, ਕੀ ਹੋਇਆ ਨਹੀਂ ਦਿੱਤਾ, ਲੇਕਿਨ ਉਹ 8 ਪੇਜਾਂ ਦੇ ਵਿੱਚ ਸਾਰਾ ਕੁਝ ਦਰਜ ਕੀਤਾ ਗਿਆ ਹੈ। ਮਰਿਆਦਾ ਕੇਵਲ 24 ਪੇਜ ਦੀ ਹੈ, ਛੋਟੇ ਚੋਪੇ। ਬਾਕੀ ਸਾਰੇ 8 ਪੇਜ ਉਹਦੇ ਬੇਸਿਕ ਜਾਂ ਦੇ ਕਹਿ ਲਈਏ ਕਿ ਉਹਦੀ ਵਿਆਖਿਆ ਹੀ ਹੈ ਵੀ ਕਿਵੇਂ ਬਣੀ। 24 ਪੇਜਾਂ ਦੇ ਵਿੱਚ ਇੰਨਾ ਕੁਝ ਦੇ ਦੇਣਾ, ਜਿੰਨੀ ਆਪਾਂ ਵਿਚਾਰ ਕਰਦੇ ਹਾਂ, ਇੰਨਾ ਟਾਈਮ ਲਾਇਆ ਬਹੁਤ। ਹਾਲਾਂ ਵੀ ਇਹਦੀ ਹੋਰ ਵਿਆਖਿਆ ਹੋ ਸਕਦੀ ਹੈ ਜਿੰਨੀ ਮਰਜ਼ੀ ਕੀਤੀ ਜਾ ਸਕੇ, ਲੇਕਿਨ ਇਹ ਕਹਿ ਲਈਏ ਵੀ 24 ਘੰਟਿਆਂ ਦੇ ਵਿੱਚ ਇੰਨਾ 24 ਪੰਨਿਆਂ ਵਿੱਚ ਇੰਨਾ ਕੁਝ ਪਾ ਦੇਣਾ, ਇਹ ਬੜੀ ਵੱਡੀ ਇੱਕ ਦੇਣ ਹੈ ਉਸ ਵੇਲੇ ਦੇ ਪੰਥਕ ਆਗੂਆਂ ਦੀ, ਜਿਨ੍ਹਾਂ ਨੂੰ ਅਸੀਂ ਅੱਜ ਇਹ ਕਹਿ ਕੇ ਇਨਕਾਰ ਕਰ ਰਹੇ ਹਾਂ ਜੀ ਮਰਿਆਦਾ ਕੇਵਲ ਅਕਾਲੀਆਂ ਦੀ ਮਰਿਆਦਾ ਹੈ। ਨਹੀਂ, ਇਹ ਪੰਥ ਸਮੁੱਚੇ ਪੰਥ ਦਰਦੀਆਂ ਦੀ ਮਰਿਆਦਾ ਹੈ। ਤੋ ਇਹ ਪਹਿਲੀ ਵਾਰੀ ਜਦੋਂ ਛਪੀ ਸਿੱਖ ਰਹਿਤ ਮਰਿਆਦਾ 12 ਅਕਤੂਬਰ 1936 ਨੂੰ ਇਹ ਪ੍ਰਵਾਨ ਹੋਈ। ਪਹਿਲੀ ਵਾਰੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਾਰੀ ਕੀਤੀ ਔਰ ਨਵੰਬਰ 1936 ਇੱਕ ਮਹੀਨੇ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੀ ਜ਼ਿੰਮੇਵਾਰੀ ਲਾਈ ਗਈ। ਅੱਜ ਵੀ ਇਹ ਧਰਮ ਪ੍ਰਚਾਰ ਕਮੇਟੀ ਇਹਨੂੰ ਛਾਪਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਜਿਹੜੀ ਹੈ ਉਹ ਇਸ ਰਹਿਤ ਮਰਿਆਦਾ ਨੂੰ ਛਾਪਦੀ, ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਰਹਿਤ ਮਰਿਆਦਾ ਹਰ ਘਰ ਵਿੱਚ ਪਹੁੰਚਣੀ ਚਾਹੀਦੀ ਹੈ। ਤੋਂ ਪਹਿਲੀ ਵਾਰੀ ਸਰਦਾਰ ਲਾਲ ਸਿੰਘ ਜੀ ਮੀਤ ਸਕੱਤਰ ਜਿਹੜੇ ਸਿੱਖ ਰਹਿਤ ਮਰਿਆਦਾ ਦੀ ਪਹਿਲੀ ਐਡੀਸ਼ਨ ਜਿਹੜੀ ਸੀ ਉਹ ਪ੍ਰਕਾਸ਼ਿਤ ਉਹਨਾਂ ਨੇ ਕੀਤੀ ਜਾਂ ਕਰਵਾਈ। ਹੁਣ 8 ਸਾਲ ਇਹਦੇ ਵਿੱਚ ਤਕਰੀਬਨ 8 ਸਾਲ, ਪੌਣੇ 8 ਸਾਲ ਕੋਈ ਅਦਲਾ ਬਦਲੀ ਨਹੀਂ। ਪਰ 1944 ਦੇ ਵਿੱਚ ਇਹ ਗੱਲਬਾਤ ਚੱਲਦੀ ਰਹੀ। ਰੋਹ ਰੀਤੀ ਕਮੇਟੀ ਦੀਆਂ ਮੀਟਿੰਗਾਂ ਫਿਰ ਹੁੰਦੀਆਂ ਰਹੀਆਂ, ਆਪੋ ਵਿੱਚ ਵਿਚਾਰ ਵਟਾਂਦਰੇ ਚੱਲਦੇ ਰਹੇ। ਕੁਝ ਨਵੇਂ ਮੈਂਬਰ ਸ਼ਾਮਲ ਹੋਏ, ਕੁਝ ਪੁਰਾਣੇ ਚਲੇ ਗਏ। ਤਾਂ 28 ਜੁਲਾਈ 1944 1944 ਦੇ ਵਿੱਚ ਧਾਰਮਿਕ ਸਲਾਹਕਾਰ ਕਮੇਟੀ ਦੀ 12ਵੀਂ ਜਿਹੜੀ ਮੀਟਿੰਗ ਸੀ, 12ਵੀਂ ਇਕੱਤਰਤਾ ਸੀ, ਉਹਦੇ ਵਿੱਚ ਸਿੱਖ ਰਹਿਤ ਮਰਿਆਦਾ ਵਿੱਚ 12 ਤਬਦੀਲੀਆਂ ਪ੍ਰਵਾਨ ਜਿਹੜੀਆਂ ਕੀਤੀਆਂ ਗਈਆਂ, ਜਿਹੜੀਆਂ ਰੋਹ ਰੀਤੀ ਕਮੇਟੀ ਫੈਸਲੇ ਕਰਦੀ ਗਈ। ਤਾਂ 12 ਚੇਂਜਸ ਜਿਹੜੀਆਂ ਸੀ ਉਹ ਪ੍ਰਵਾਨ ਹੋਈਆਂ। ਕਿਹੜੀਆਂ ਚੇਂਜਸ ਸੀ ਉਹਦੀ ਵਿਆਖਿਆ ਐਸਜੀਪੀਸੀ ਕੋ ਹੋਏਗੀ, ਪਰ ਜੋ ਸਿਰਫ ਇੰਨਾ ਕੀ ਮਿਲਦਾ ਹੈ ਵੇਰਵਾ ਦੇ ਵਿੱਚ ਵੀ 12 ਤਬਦੀਲੀਆਂ ਜਿਹੜੀਆਂ ਸੀ ਉਹ ਉਹਦੇ ਵਿੱਚ ਕੀਤੀਆਂ ਗਈਆਂ। ਕਿਉਂਕਿ 1936 ਦੀ ਰਹਿਤ ਮਰਿਆਦਾ ਦੇ ਵਿੱਚ ਕਿਹੜੀਆਂ 12 ਤਬਦੀਲੀਆਂ ਆਪਾਂ ਨਾਲ ਲੱਗੇ ਕੁਝ ਵਿਚਾਰਾਂ ਕਰ ਵੀ ਦਿੱਤੀਆਂ ਨੇ ਵੀ ਆਹ ਤਬਦੀਲੀ ਜਿਹੜੀ 1936 ਦੇ ਰਹਿਤ ਮਰਿਆਦਾ ਦੀ ਕੀਤੀ ਗਈ, ਬਾਅਦ 'ਚ ਕੀਤੀ ਗਈ। ਦਾ ਮਤਲਬ ਇਹ ਹੈ ਕਿ ਉਹ 12 ਤਬਦੀਲੀਆਂ ਵੀ ਉਹਦੇ ਵਿੱਚ ਸ਼ਾਮਲ ਹਨ ਜਿਹੜੀਆਂ ਅਸੀਂ ਵਿਚਾਰਦੇ ਰਹੇ ਹਾਂ ਆਪਣੇ ਪਿਛਲੇ ਟੌਪਿਕ ਦੇ ਵਿੱਚ ਜਦੋਂ ਅਸੀਂ ਰਹਿਤ ਮਰਿਆਦਾ ਦੀ ਵਿਆਖਿਆ ਕਰਦੇ ਸੀ ਕੀਤੀ ਹੈ। ਤੋ ਇਹ
12 ਤਬਦੀਲੀਆਂ ਫਿਰ ਜਿਹੜੀਆਂ ਅਸੀਂ ਪ੍ਰਵਾਨ ਕਰਕੇ ਇਹ ਵੀ ਉਹਦੇ 'ਚ ਸ਼ਾਮਲ ਕਰ ਲਈਆਂ ਗਈਆਂ। ਫਿਰ 7 ਜਨਵਰੀ 1945 1945 ਧਾਰਮਿਕ ਸਲਾਹਕਾਰ ਕਮੇਟੀ ਦੀ 13ਵੀਂ ਮੀਟਿੰਗ ਜਿਹੜੀ ਹੁੰਦੀ ਹੈ, ਉਹਦੇ ਵਿੱਚ ਜਿਹੜੀ 28 ਜੁਲਾਈ 1944 ਦੁਆਰਾ ਪ੍ਰਵਾਨ ਕੀਤਾ ਮਤਾ ਦੁਬਾਰਾ ਪੇਸ਼ ਹੋਇਆ ਤੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਕੀਤੀ ਗਈ। ਪਹਿਲਾ ਮਤਾ 28 ਜੁਲਾਈ 1944 ਨੂੰ ਪਾਸ ਹੋਇਆ, ਪ੍ਰਵਾਨ ਕੀਤਾ ਗਿਆ, ਤਬਦੀਲੀਆਂ ਸ਼੍ਰੋਮਣੀ ਕਮੇਟੀ ਕੋਲ ਆ ਗਈਆਂ, ਲੇਕਿਨ ਉਹ ਲਾਗੂ ਨਹੀਂ ਕੀਤਾ ਸ਼੍ਰੋਮਣੀ ਕਮੇਟੀ ਨੇ ਆਪਣੇ ਆਪ। ਉਹ ਫਿਰ ਵਿਚਾਰ ਹੁੰਦੀਆਂ ਰਹੀਆਂ ਤੇ ਜਿਹੜੀ ਧਾਰਮਿਕ ਸਲਾਹਕਾਰ ਕਮੇਟੀ ਦੀ 13ਵੀਂ ਮੀਟਿੰਗ ਹੋਈ 28 ਜੁਲਾਈ 1944 ਨੂੰ, ਉਹਦੇ ਵਿੱਚ ਉਹ ਮਤਾ ਫਿਰ ਪੇਸ਼ ਕੀਤਾ ਗਿਆ ਤਬਦੀਲੀਆਂ ਵਾਲਾ। ਉਹਦੇ ਵਿੱਚ ਇਹ ਪ੍ਰਵਾਨ ਕੀਤਾ ਗਿਆ ਇਹ ਤਬਦੀਲੀਆਂ ਨੂੰ ਲਾਗੂ ਕਰ ਦੇਣਾ ਚਾਹੀਦਾ ਹੈ। ਫਿਰ ਕੁਝ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਵੀ ਇਹਦੇ ਵਿੱਚ ਹੋਈ ਵੀ ਇਹ ਐਨਵਲ ਲਾਗੂ ਨਹੀਂ ਹੋ ਸਕਦੀਆਂ, ਤਾਂ ਇਹਨਾਂ 'ਚ ਕੋਈ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਵੀ ਜਿਹੜੀ ਸੀ ਉਹ ਕੀਤੀ ਗਈ। ਇਹਦੇ ਵਿੱਚ ਜਥੇਦਾਰ ਮੋਹਨ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਭਾਈ ਅਸ਼ਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਪ੍ਰੋਫੈਸਰ ਤੇਜਾ ਸਿੰਘ ਜੀ, ਪ੍ਰੋਫੈਸਰ ਗੰਗਾ ਸਿੰਘ ਜੀ, ਗਿਆਨੀ ਲਾਲ ਸਿੰਘ ਜੀ, ਪ੍ਰੋਫੈਸਰ ਸ਼ੇਰ ਸਿੰਘ ਜੀ, ਬਾਬਾ ਪ੍ਰੇਮ ਸਿੰਘ ਜੀ ਹੋਤੀ ਅਤੇ ਗਿਆਨੀ ਬਾਦਲ ਸਿੰਘ ਜੀ, ਇਹ ਸ਼ਾਮਲ ਹੋਏ। ਇਹਨਾਂ ਵਿੱਚ ਸ਼ਾਮਲ ਸਨ, ਮਤਲਬ ਪੂਰੇ ਮੇ ਹੋਣਗੇ, ਇਹ ਉਹਨਾਂ ਦੇ ਵਿੱਚ ਸ਼ਾਮਲ ਸੀ ਜਿਹੜੀ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਜਿਹੜੀ ਸੀ ਉਹ ਕੀਤੀ ਗਈ। ਤਾਂ 3 ਫਰਵਰੀ 1945 ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੇ ਵਿੱਚ, ਜਨਰਲ ਇਕੱਤਰਤਾ ਦੇ ਵਿੱਚ ਮਤਾ ਨੰਬਰ 97 ਰਾਹੀਂ ਜੋ ਵੀ ਸੋਧਾਂ ਹੋਈਆਂ ਸੀ ਸਿੱਖ ਰਹਿਤ ਮਰਿਆਦਾ ਵਿੱਚ, ਸਾਰੀਆਂ ਸੋਧਾਂ ਨੂੰ ਜਿਹੜੀ ਸੀ ਉਹ ਪ੍ਰਵਾਨਗੀ ਦੇ ਦਿੱਤੀ ਗਈ। ਉਹ ਸਾਰੀਆਂ ਦੀ ਪ੍ਰਵਾਨਗੀ ਦੇ ਦਿੱਤੀ ਗਈ। ਤੋ ਇਹ ਜੋ ਸਿੱਖ ਰਹਿਤ ਮਰਿਆਦਾ ਸਾਡੇ ਕੋਲ ਅੱਜ ਚੱਲ ਰਹੀ ਹੈ, ਇਹ 1945 ਵਿੱਚ ਸੋਧਾਂ ਹੋਣ ਤੋਂ ਬਾਅਦ ਜਿਹੜੀਆਂ ਹਨ ਉਹ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਦੇ ਸਿੱਖ ਰਹਿਤ, ਇੱਕ ਮੈਂ ਹੋਰ ਇੱਥੇ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਿੱਖ ਰਹਿਤ ਮਰਿਆਦਾ ਸੰਬੰਧੀ ਪੈਦਾ ਹੋਏ ਮਤਭੇਦਾਂ ਨੂੰ ਦੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਇਹ ਉਦੋਂ ਦੀ ਗੱਲ ਮੈਂ ਕਰ ਰਿਹਾ 1931 ਦੀ ਜਦੋਂ ਗੱਲ ਸੀ, ਸ਼੍ਰੋਮਣੀ ਕਮੇਟੀ ਦੇ ਜਨਰਲ ਮੈਂਬਰ ਜੋ ਪਿਛਲੀਆਂ 3 ਮੀਟਿੰਗਾਂ ਦੇ ਵਿੱਚ ਇੱਕ ਮਤਾ ਹੋਰ ਹੋਇਆ ਸੀ, ਲਗਾਤਾਰ ਗੈਰ ਹਾਜ਼ਰ ਰਹੇ ਸਨ, ਉਹਨਾਂ ਦੀ ਨੋਟਿਸ ਦੇ ਵਿੱਚ ਲਿਆਂਦਾ ਗਿਆ ਤੇ ਪਾਸ ਹੋਇਆ ਕਿ ਇਹਨਾਂ ਮੈਂਬਰਾਂ ਸੰਬੰਧੀ ਦਫਾ 52 ਹੇਠ ਕਾਰਵਾਈ ਨਾ ਕੀਤੀ ਜਾਵੇ। ਕੁਝ ਮੈਂਬਰ ਗੈਰ ਹਾਜ਼ਰ ਰਹੇ ਸੀ, ਇਹ ਵਿਧਾਨ ਵੀ ਬਣਿਆ ਸੀ ਜਿਹੜੇ ਮੈਂਬਰ 3 ਮੀਟਿੰਗਾਂ 'ਚ ਹਾਜ਼ਰ ਨਹੀਂ ਹੋਣਗੇ ਉਹਨਾਂ ਨੂੰ ਮੈਂਬਰ ਤੋਂ ਜਾਂ ਇਸ ਮੀਟਿੰਗ ਵਿੱਚੋਂ ਪਾਸੇ ਹਟਾ ਦਿੱਤਾ ਜਾਏਗਾ, ਇਸ ਕਮੇਟੀ ਤੋਂ ਪਾਸੇ ਕਰ ਦਿੱਤਾ ਜਾਏਗਾ। ਲੇਕਿਨ ਉਹਦੇ 'ਚ ਫੈਸਲਾ ਹੋਇਆ ਵੀ ਕਾਰਵਾਈ ਜਿਹੜੀ ਨਾ ਕੀਤੀ ਜਾਏ। ਥੋੜੀ ਜਿਹੀ ਹੋਰ ਆਪਾਂ ਵਿਚਾਰ ਕਰ ਲਈਏ ਵੀ ਰਹਿਤ ਮਰਿਆਦਾ ਦੇ ਖਰੜੇ ਦੇ ਸੰਬੰਧ ਦੇ ਵਿੱਚ ਸਿੱਖ ਰਹਿਤ ਮਰਿਆਦਾ ਸੰਬੰਧੀ ਪੈਦਾ ਹੋਏ ਜਾਂ ਹੋ ਰਹੇ ਮਤਭੇਦਾਂ ਨੂੰ ਦੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਦੇ ਪ੍ਰਸਿੱਧ ਵਿਦਵਾਨਾਂ ਦੀ ਇੱਕ ਰੋਹ ਰੀਤੀ ਸਬ ਕਮੇਟੀ ਬਿਠਾ ਕੇ ਉਸਦੇ ਜ਼ਿੰਮੇ ਸੇਵਾ ਲਾਈ ਗਈ ਸੀ ਕਿ ਇਹ ਕਮੇਟੀ ਗੁਰਧਾਮਾਂ ਵਿੱਚ ਗੁਰਮਰਿਆਦਾ ਨੂੰ ਠੀਕ ਤਰ੍ਹਾਂ ਨਿਯਤ ਕਰਨ ਲਈ ਰਹਿਤਨਾਮਿਆਂ ਅਤੇ ਗੁਰਮਤ ਗ੍ਰੰਥਾਂ ਤੇ ਪੰਥ ਦੇ ਹੋਰ ਵਿਧਾਨ ਮੁਖੀਆਂ ਦੀ ਸਹਾਇਤਾ ਨਾਲ ਗੁਰਮਤ ਰੋਹ ਰੀਤ ਦਾ ਖਰੜਾ ਤਿਆਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਿਚਾਰ ਲਈ ਪੇਸ਼ ਕਰੇ। ਕਈ ਕਾਰਨਾਂ ਕਰਕੇ ਇਹ ਕਮੇਟੀ ਹੁਣ ਤੱਕ ਆਪਣਾ ਕਾਰਜ ਸ਼ੁਰੂ ਨਹੀਂ ਕਰ ਸਕੀ ਸੀ ਤੇ ਅਖੀਰ ਖਰੜਾ ਬਣਾ ਕੇ ਇਸ ਸਬ ਕਮੇਟੀ ਵਿੱਚ ਪੇਸ਼ ਕਰਨ ਦੀ ਸੇਵਾ ਪ੍ਰੋਫੈਸਰ ਤੇਜਾ ਸਿੰਘ ਜੀ MA ਖਾਲਸਾ ਕਾਲਜ ਦੇ ਜ਼ਿੰਮੇ ਲੱਗੀ। ਸੋ ਉਹਨਾਂ ਵੱਲੋਂ ਰੋਹ ਰੀਤੀ ਦਾ ਖਰੜਾ ਪੁੱਜ ਗਿਆ ਜੋ ਹੇਠਾਂ ਦਰਜ ਕੀਤਾ ਜਾਂਦਾ ਹੈ। ਇਹ ਮੈਂ ਮਤਲਬ ਇਹਨਾਂ ਨੂੰ ਪੜ੍ਹ ਕੇ ਆਪ ਜੀ ਨੂੰ ਸੁਣਾ ਰਿਹਾ ਹਾਂ। ਇਹ ਪੰਥਕ ਅਖਬਾਰਾਂ ਦੇ ਐਡੀਟਰ ਸਾਹਿਬਾਨ ਤੇ ਹੋਰ ਵਿਦਵਾਨ ਸੱਜਣਾਂ ਦੀ ਸੇਵਾ ਵਿੱਚ ਬੇਨਤੀ ਹੈ ਕੋਈ ਇਸ ਨੂੰ ਪੜ੍ਹ ਕੇ ਵਿਚਾਰਨ ਤੇ ਇਸ ਸੰਬੰਧੀ ਆਪਣੀ ਰਾਏ ਤੋਂ ਸ਼੍ਰੋਮਣੀ ਕਮੇਟੀ ਨੂੰ
ਜਾਣੂ ਕਰਨ ਦੀ ਕਿਰਪਾਲਤਾ ਕਰਨ ਤਾਂ ਕਿ ਇਸ ਤੇ ਪੂਰਨ ਤੌਰ ਤੇ ਵਿਚਾਰ ਹੋ ਸਕੇ। ਨੋਟ, ਸੰਗਤਾਂ ਦੀ ਸੇਵਾ ਵਿੱਚ ਇਹ ਪ੍ਰਾਰਥਨਾ ਹੈ ਕਿ ਇਸ ਖਰੜੇ ਨੂੰ ਕੇਵਲ ਤਜਵੀਜ਼ਾਂ ਹੀ ਸਮਝ ਕੇ ਬੜੇ ਗਹੁ ਅਤੇ ਠੰਡੇ ਦਿਲ ਨਾਲ ਵਿਚਾਰਨ, ਇਸ ਸੰਬੰਧੀ ਅੰਤਮ ਫੈਸਲੇ ਦੀ ਉਡੀਕ ਰੱਖਣ। ਇਸ ਨੂੰ ਅੰਤਮ ਫੈਸਲਾ ਹੀ ਨਾ ਸਮਝਿਆ ਜਾਵੇ। ਇਹ 1931 ਦੇ ਵਿੱਚ ਜਾਂ 1936 ਦੇ ਵਿੱਚ ਜਦੋਂ ਤਬਦੀਲੀ ਦੀ ਗੱਲ ਕੀਤੀ ਗਈ ਸੀ, ਉਹਦਾ ਖਰੜਾ ਜਿਹੜਾ ਸੀ ਉਹ ਮੈਂ ਆਪ ਜੀ ਦੇ ਨਾਲ ਵੀ ਥੋੜਾ ਜਿਹਾ ਸਾਂਝਾ ਜ਼ਰੂਰ ਕਰਾਂਗਾ। ਇਹ ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਹੈ, ਸਖਸ਼ੀ ਤੇ ਪੰਥਕ। ਸਖਸ਼ੀ ਰਹਿਣੀ ਵਿੱਚ ਨਾਮ ਬਾਣੀ ਦਾ ਅਭਿਆਸ। ਸਿੱਖ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਜਾ ਕੇ ਇਸ਼ਨਾਨ ਕਰੇ, ਨਿਤਨੇਮ ਦਾ ਪਾਠ ਕਰੇ। ਨਿਤਨੇਮ ਦੀਆਂ ਬਾਣੀਆਂ ਇਹ ਹਨ: ਜਪ ਜਾਪ 10 ਸਵਈਏ ਸ਼ਰਾਵਕ ਸੁਧ, ਇਹ ਅੰਮ੍ਰਿਤ ਵੇਲੇ ਪੜ੍ਹਨੀਆਂ। ਤੇਰਾ ਰਾਤ ਸ਼ਾਮ ਵੇਲੇ ਸੂਰਜ ਡੁੱਬੇ ਪੜ੍ਹਨੀ। ਇਸ ਵਿੱਚ ਬਾਣੀਆਂ ਸ਼ਾਮਲ ਹਨ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਵਿੱਚ ਦਿੱਤੇ ਸ਼ਬਦਾਂ ਸੋਦਰ ਤੋਂ ਲੈ ਕੇ ਸ਼ਰਨ ਪਰੇ ਕੀ ਰੱਖ ਸਰਮਾ ਤੱਕ। ਬੇਨਤੀ ਚ ਪਈ ਹਮਰੀ ਕਰੋ ਹਾਥ ਦੇ ਰੱਛਾ ਤੋਂ ਦੁਸ਼ਟ ਦੋਸਤ ਲਿਓ ਬਚਾਈ ਤੱਕ। ਆਨੰਦ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ 1 ਪੌੜੀ। ਇਸ ਮੌਕੇ ਤੇ ਜਾਂ ਦੀਵਾਨ ਦੀ ਸਮਾਪਤੀ ਤੇ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ, ਉਹ ਕੇਵਲ ਗੁਰੂ ਦੇ ਮਿਲਾਪ ਲਈ ਖੁਸ਼ੀ ਤੇ ਧੰਨਵਾਦ ਕਰਨਾ ਹੁੰਦਾ ਹੈ। ਇਸ ਦਾ ਭਾਵ ਕੇਵਲ ਇਹਨਾਂ ਨੂੰ 6 ਪੌੜੀਆਂ ਵਿੱਚ ਹੈ, ਬਾਕੀ ਵਿੱਚ ਹੋਰ ਵਿਚਾਰ ਹਨ। ਇਹ ਭਾਵ ਕੇਵਲ ਇਹਨਾਂ ਹੀ 6 ਪੌੜੀਆਂ ਵਿੱਚ ਹੈ, ਬਾਕੀ ਵਿੱਚ ਹੋਰ ਵਿਚਾਰ ਹਨ। ਤੇ ਇੱਥੇ ਜਿਹੜੀ 6 ਪੌੜੀਆਂ ਆਨੰਦ ਸਾਹਿਬ ਜੀ ਦੀ ਮਰਿਆਦਾ ਦਾ ਵੀ ਉਹਨਾਂ ਵੇਰਵਾ ਦਿੱਤਾ ਵੀ ਇਹਦਾ ਕੜਾਹ ਪ੍ਰਸ਼ਾਦ ਨਾਲ ਕੋਈ ਸੰਬੰਧ ਨਹੀਂ ਹੈ। ਆਮ ਤੌਰ ਤੇ ਅਸੀਂ ਕਹਿੰਦੇ ਵੀ ਕੜਾਹ ਪ੍ਰਸ਼ਾਦ ਆ ਗਿਆ ਤੇ ਆਨੰਦ ਸਾਹਿਬ ਦਾ ਪਾਠ ਕਰ ਲਈਏ। ਉੱਥੇ ਉਹਨਾਂ ਦੇ ਥੱਲੇ ਰਹਿਤ ਮਰਿਆਦਾ ਵੀ ਦਿੱਤਾ ਗਿਆ ਹੈ ਵੀ ਇਹ ਦੀਵਾਨ ਦੀ ਸਮਾਪਤੀ ਤੇ ਆਨੰਦ ਸਾਹਿਬ ਦਾ ਜਿਹੜਾ ਪਾਠ ਕੀਤਾ ਜਾਂਦਾ ਹੈ, ਉਸ ਦਾ ਭਾਵ ਕੇਵਲ ਗੁਰੂ ਦੇ ਮਿਲਾਪ ਲਈ ਖੁਸ਼ੀ ਅਤੇ ਗੁਰੂ ਦਾ ਧੰਨਵਾਦ ਕਰਨਾ ਹੈ। ਉਹ ਇਸ ਕਰਕੇ ਉਹ ਪਾਠ ਕੀਤਾ ਜਾਂਦਾ ਹੈ। ਇਹ ਭਾਵ ਕੇਵਲ ਇਹਨਾਂ 6 ਪੌੜੀਆਂ ਵਿੱਚ ਸਾਰਾ ਭਾਵ ਜਿਹੜਾ ਹੈ ਉਹ ਕਲੀਅਰ ਕੀਤਾ ਗਿਆ ਹੈ। ਉਸ ਤੋਂ ਬਾਅਦ ਸੋਹਿਲੇ ਦੀ ਬਾਣੀ ਹੈ। ਨਿਤਨੇਮ ਤੋਂ ਉਪਰੰਤ ਅਰਦਾਸ ਕਰਨੀ ਜ਼ਰੂਰੀ ਹੈ। ਉਸ ਤੋਂ ਬਾਅਦ ਫਿਰ ਅਰਦਾਸ ਦਾ ਸਾਰਾ ਕੁਝ ਦਿੱਤਾ ਹੋਇਆ। ਪੂਰਾ ਖਰੜਾ ਜਿਹੜਾ 1936 ਵਾਲਾ ਇਹ ਛਪਿਆ ਸੀ ਗੁਰਦੁਆਰਾ ਗਜ਼ਟ ਲਾਹੌਰ ਦੇ ਵਿੱਚ। ਪੂਰੀ ਤਰ੍ਹਾਂ 1931 ਦੇ ਵਿੱਚ ਉਹਦਾ ਸਾਰਾ ਗਜ਼ਟ ਇੱਥੇ 'ਚ ਮਿਲ ਜਾਂਦਾ ਹੈ, ਉਹ ਆਪ ਜੀ ਦੇਖ ਵੀ ਸਕਦੇ ਹੋ। ਜਿਹੜੀਆਂ ਤਬਦੀਲੀਆਂ ਹੋਈਆਂ ਉਹ ਵੀ ਆਪਾਂ ਥੋੜੀ ਜਿਹੀ ਵਿਚਾਰ ਕਰ ਲਈਏ ਤਾਂ ਕਿ ਸਾਨੂੰ ਪੂਰੀ ਤਰ੍ਹਾਂ ਕਲੈਰਿਟੀ ਹੋ ਜਾਏ ਵੀ ਉਹ ਕੀ ਤਬਦੀਲੀਆਂ ਹੋਈਆਂ। ਪਹਿਲਾ ਕਾਰਵਾਈ ਜਿਹੜੀ ਹੋਈ 1934 ਦੇ ਵਿੱਚ ਗੁਰਦੁਆਰਾ ਗਜ਼ਟ ਦੇ ਵਿੱਚ ਜਨਵਰੀ ਦੇ ਵਿੱਚ ਛਪੀ, ਉਹਦੇ ਵਿੱਚ 1934 ਦੇ ਵਿੱਚ ਜਿਹੜੀ ਹੋਈ ਉਹਦੇ ਸੀ ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਰ ਤੇਜਾ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਨਨਕਾਣਾ ਸਾਹਿਬ ਨੇ ਆਰੰਭ ਸਮੇਂ ਅਰਦਾਸਾ ਸੋਧਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਲਿਆ ਤੇ ਪਹਿਲੀ ਤੋਂ ਇਉਂ ਹੈ, ਜਿਹੜਾ ਮੈਂ ਆਪ ਜੀ ਨੂੰ ਪੜ੍ਹ ਕੇ ਦੱਸਿਆ। ਧਨਾਸਰੀ ਰਾਗ ਦਾ ਸ਼ਬਦ 687 ਅੰਕ ਤੇ ਹੈ। ਕਾਰਵਾਈ ਸ਼ੁਰੂ ਹੋਣ ਤੋਂ ਪਹਿਲੇ ਪ੍ਰਧਾਨ ਦੇ ਸਾਹਿਬ ਨੇ ਸਮਾਗਮ ਨੂੰ ਸੰਬੋਧਨ ਕੀਤਾ ਕਿ ਬੋਲਣ ਵਾਲੇ ਸੱਜਣ ਸਮੇਂ ਦਾ ਖਿਆਲ ਰੱਖਣ। ਗਿਆਨੀ ਸ਼ੇਰ ਸਿੰਘ ਜੀ ਤੇ ਸਰਦਾਰ ਮਹਿੰਦਰ ਸਿੰਘ ਜੀ ਸਿੱਧਵਾਂ ਦੇ ਪੁੱਛਣ ਤੇ ਪ੍ਰੋਫੈਸਰ ਤੇਜਾ ਸਿੰਘ ਜੀ ਕਨਵੀਨਰ ਰੋਹ ਰੀਤੀ ਸਬ ਕਮੇਟੀ ਨੇ ਉਹ ਫਰਿਸ਼ਤ ਸੁਣਾਈ, ਜਿਸ ਅਨੁਸਾਰ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸੱਜਣਾਂ ਨੂੰ ਸੱਦਾ ਪੱਤਰ ਭੇਜੇ ਗਏ ਸਨ। ਉਪਰੰਤ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਰੋਹ ਰੀਤੀ ਸਬ ਕਮੇਟੀ ਦੀ ਰਿਪੋਰਟ ਸੁਣਾਈ ਅਤੇ ਨਿਰਮਲ ਮਹਾਮੰਡਲ ਤੇ ਚੀਫ ਖਾਲਸਾ ਦਵਾਰ ਵੱਲੋਂ ਆਈਆਂ ਪੱਤਰਕਾਵਾਂ ਸੁਣਾਈਆਂ, ਜਿਨ੍ਹਾਂ ਵਿੱਚੋਂ ਉਪਰੋਕਤ ਜਥਿਆਂ ਨੇ ਸਮਾਗਮ ਵਿੱਚ ਆਪਣੇ ਸ਼ਾਮਲ ਨਾ ਹੋਣ ਦੀ ਵਜ੍ਹਾ ਦੱਸੀ ਹੋਈ ਸੀ। ਗਿਆਨੀ ਸ਼ੇਰ ਸਿੰਘ ਜੀ ਨੇ ਕਿਹਾ ਕਿ ਰਹਿਤ ਮਰਿਆਦਾ ਦੇ ਵਿਚਾਰ ਸਮੇਂ ਪਾਰਟੀਵਾਦੀ ਦਾ ਕੋਈ ਖਿਆਲ ਨਹੀਂ ਹੋਣਾ ਚਾਹੀਦਾ ਅਤੇ ਅਸੀਂ ਵਿਚਾਰ ਵਿੱਚ ਹਿੱਸਾ ਲਵਾਂਗੇ, ਪਰ ਸੱਦੇ ਪ੍ਰਤੀ ਵੀ ਪਾਰਟੀ ਲਾਈਨ ਤੇ ਨਹੀਂ ਸਨ ਭੇਜਣੇ ਚਾਹੀਦੇ। ਸੱਦੇ ਪੱਤਰ ਵੀ ਪਾਰਟੀ ਲਾਈਨ ਤੇ ਨਹੀਂ ਸਨ ਭੇਜਣੇ ਚਾਹੀਦੇ, ਪਰੰਤੂ ਐਸਾ ਨਹੀਂ ਕੀਤਾ ਗਿਆ ਕਿਉਂਕਿ ਖਾਲਸਾ ਅਕਾਲੀ ਦਲ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ। ਉਹਨਾਂ ਦਾ ਕੋਈ ਆਪਣਾ ਵੱਖਰਾ ਅਕਾਲੀ ਦਲ ਹੋਏਗਾ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਖਾਲਸਾ ਅਕਾਲੀ ਦਲ ਦੀਆਂ ਹਸਤੀਆਂ ਸੰਬੰਧੀ ਮਾਸਟਰ ਤਾਰਾ ਸਿੰਘ ਜੀ ਅਤੇ ਗਿਆਨੀ ਸ਼ੇਰ ਸਿੰਘ ਜੀ ਦੇ ਵਿਚਕਾਰ ਬੋਲ ਕਬੋਲ ਵੀ ਹੋ ਗਏ। ਪ੍ਰਧਾਨ ਸਾਹਿਬ ਤੇ ਗਿਆਨੀ ਠਾਕੁਰ ਸਿੰਘ ਜੀ ਨੇ
फरमाया कि अज के समागम विच पार्टियां के सवाल नूं लांभे रख के असली मामले उत्ते विचार होनी चाहिए है। मैं पहला बेनती की है कि किते ना किते राजनीति जिहड़ी है वो 1934-35 ਦੇ ਵਿੱਚ होनी शुरू हुई है, ਉਹਦਾ ਅਸਰ ਵੀ ਇਹਦੇ ਵਿੱਚ ਨਜ਼ਰ ਆਉਂਦਾ ਹੈ। ਪ੍ਰੋਫੈਸਰ ਤੇਜਾ ਸਿੰਘ ਜੀ ਸਮਾਗਮ ਨੂੰ ਸੰਬੋਧਨ ਕੀਤਾ ਤੇ ਕਈ ਸੱਜਣ ਤੇ ਜੱਥੇ ਭਾਵੇਂ ਰਹਿਤ ਮਰਿਆਦਾ ਨਿਯਤ ਕਰਨ ਦੇ ਮਾਮਲੇ ਨੂੰ ਲਮਕਾਉਣਾ ਚਾਹੁੰਦੇ ਸਨ, ਪਰ ਇਸ ਦੇ ਪਾਸ ਕਰਨ ਦੀ ਸਖਤ ਜ਼ਰੂਰਤ ਹੈ। ਨਹੀਂ ਤਾਂ ਸਾਡੀ ਰਹਿਤ ਮਰਿਆਦਾ ਇੱਕ ਨਾ ਹੋਣ ਕਰਕੇ ਅਸੀਂ ਬਹੁਤ ਹਾਸੋਹੀਣੇ ਹੋ ਰਹੇ ਹਾਂ। ਸਾਡਾ ਯਤਨ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਜੋ ਕੁਝ ਪਾਸ ਕਰੀਏ ਚੰਗੀ ਤੋਂ ਚੰਗੀ ਸ਼ਕਲ ਵਿੱਚ ਪਾਸ ਕਰੀਏ। ਇਹ ਗੁਰਦੁਆਰਾ ਗਜ਼ਟ 1934 ਜਨਵਰੀ ਵਿੱਚ ਇਹ ਸਾਰਾ ਕੁਝ ਲਿਖਿਆ ਮਿਲਦਾ ਹੈ। ਗਿਆਨੀ ਸ਼ੇਰ ਸਿੰਘ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਤੇ ਨਿਰਮਲੇ ਸੱਜਣਾ ਦੇ ਸ਼ਾਮਲ ਹੋਏ ਬਿਨਾਂ ਵੀ ਖਰੜਾ ਪਾਸ ਜ਼ਰੂਰ ਕਰਨਾ ਹੀ ਹੈ। ਸਰਦਾਰ ਅਮਰ ਸਿੰਘ ਜੀ ਲਾਹੌਰ ਨੇ ਕਿਹਾ ਕਿ ਮੁਖਾਲਫਤ ਤਾਂ ਕਿਸੇ ਨਾ ਕਿਸੇ ਵੱਲੋਂ ਹੁੰਦੀ ਹੀ ਰਹਿਣੀ ਹੈ, ਪਰ ਰਹਿਤ ਮਰਿਆਦਾ ਪਾਸ ਕਰਨੀ ਜ਼ਰੂਰੀ ਹੈ। ਸਰਦਾਰ ਰਣਜੀਤ ਸਿੰਘ ਜੀ ਲਾਇਲਪੁਰ ਨੇ ਕਿਹਾ ਕਿ ਖਰੜੇ ਦੀ ਪਬਲਿਸਿਟੀ ਕਾਫੀ ਨਹੀਂ ਹੋਈ ਤੇ ਚੀਫ ਖਾਲਸਾ ਦੀਵਾਨ ਵੀ ਸ਼ਾਮਲ ਨਹੀਂ ਹੋ ਰਿਹਾ, ਇਸ ਲਈ ਅੱਜ ਹੀ ਫੈਸਲਾ ਨਹੀਂ ਹੋਣਾ ਚਾਹੀਦਾ। ਪ੍ਰੋਫੈਸਰ ਜੋਤ ਸਿੰਘ ਜੀ ਨੇ ਦਰਿਆਫਤ ਕੀਤਾ ਕਿ ਅੱਜ ਦੀ ਕਾਰਵਾਈ ਕਰਨ ਲਈ ਕੀ ਤਰੀਕਾ ਪ੍ਰੋਸੀਜਰ ਹੋਵੇਗਾ। ਸ਼੍ਰੋਮਣੀ ਕਮੇਟੀ ਦਾ ਗੁਰਮਤਾ ਸੁਣਾਇਆ ਜਾਵੇ ਜਿਸ ਅਨੁਸਾਰ ਇਹ ਖਰੜਾ ਤਿਆਰ ਹੋ ਰਿਹਾ ਹੈ ਕਿ ਪਿਛਲੀ ਪ੍ਰਚਲਿਤ ਮਰਿਆਦਾ ਨੂੰ ਬਦਲਿਆ ਜਾਣਾ ਹੈ, ਕਿ ਜਿੱਥੇ ਕਿਤੇ ਨੁਕਸ ਹੈ ਕੇਵਲ ਉਹਨੂੰ ਸੁਧਿਆ ਜਾਏਗਾ। ਉਹਨਾਂ ਨੇ ਜਨਰਲ ਕਮੇਟੀ ਦਾ ਗੁਰਮਤਾ ਪੜ੍ਹ ਕੇ ਸੁਣਾਇਆ ਗਿਆ ਜਿਸ ਅਨੁਸਾਰ ਰੋਹ ਰੀਤੀ ਸਬ ਕਮੇਟੀ ਬਣਾਈ ਗਈ ਸੀ। ਪ੍ਰੋਫੈਸਰ ਜੋਤ ਸਿੰਘ ਜੀ ਨੇ ਆਪਣੇ ਰਾਏ ਦਿੱਤੀ ਕਿ ਹਵਾਲੇ ਵਾਲੇ ਗੁਰਮਤ ਦੇ ਅਨੁਸਾਰ ਅੱਜ ਦਾ ਸਮਾਗਮ ਸਿਰਫ ਗੁਰਦੁਆਰਿਆਂ ਦੀ ਮਰਿਆਦਾ ਦਾ ਫੈਸਲਾ ਕਰ ਸਕਦਾ ਹੈ। ਪ੍ਰੋਫੈਸਰ ਤੇਜਾ ਸਿੰਘ ਨੇ ਦੱਸਿਆ ਕਿ ਸਿੱਖਾਂ ਦੀ ਕੋਈ ਅਜਿਹੀ ਮਰਿਆਦਾ ਨਹੀਂ ਹੈ ਜੋ ਗੁਰਦੁਆਰਿਆਂ ਵਿੱਚ ਨਾ ਹੁੰਦੀ ਹੋਵੇ ਤੇ ਵੈਸੇ ਵੀ ਗੁਰਦੁਆਰਿਆਂ ਦੇ ਅੰਦਰ ਤੇ ਬਾਹਰ ਇੱਕੋ ਮਰਿਆਦਾ ਹੋਣੀ ਚਾਹੀਦੀ ਹੈ। ਕੁਝ ਬਹਿਸਾਂ ਉਪਰੰਤ ਪ੍ਰਧਾਨ ਜੀ ਨੇ ਰੂਲਿੰਗ ਦਿੱਤਾ ਕਿ ਇਸ ਖਰੜੇ ਉੱਤੇ ਵਿਚਾਰ ਕਰਨੀ ਹਵਾਲੇ ਵਾਲੇ ਗੁਰਮਤ ਦੇ ਭਾਵ ਨੂੰ ਉਲੰਘਣ ਨਹੀਂ ਕਰਦੀ, ਸੋ ਖਰੜੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ। ਪ੍ਰੋਸੀਜਰ ਮੁਤਲਕ ਬਹੁਤ ਬਹਿਸ ਉਪਰੰਤ ਪ੍ਰਧਾਨ ਜੀ ਨੇ ਰੂਲਿੰਗ ਦਿੱਤਾ ਹੈ ਕਿ ਜਿਹੜੀਆਂ ਗੱਲਾਂ ਸੰਬੰਧੀ ਕੋਈ ਮਤਭੇਦ ਨਾ ਹੋਵੇ ਉਹ ਪਾਸ ਸਮਝੀਆਂ ਜਾਣਗੀਆਂ ਅਤੇ ਜਿੱਥੇ ਮਤਭੇਦ ਹੋਵੇ ਉਹ ਮਾਮਲਾ ਇਸ ਸਮਾਗਮ ਵਿੱਚ ਤਰਮੀਮਾਂ ਸਮੇਤ ਰੋਹ ਰੀਤੀ ਸਬ ਕਮੇਟੀ ਦੇ ਹਵਾਲੇ ਮੁੜ ਵਿਚਾਰ ਲਈ ਪੇਸ਼ ਕੀਤਾ ਜਾਏਗਾ। ਰੋਹ ਰੀਤੀ ਕਮੇਟੀ ਦਾ ਫੈਸਲਾ ਦੁਬਾਰਾ ਸਾਰੇ ਸਮਾਗਮ ਵਿੱਚ ਪੇਸ਼ ਹੋਵੇਗਾ, ਪਰ ਉਸ ਸਮੇਂ ਨਵੀਂ ਤਰਮੀਮ ਕੋਈ ਪੇਸ਼ ਨਹੀਂ ਹੋਵੇਗੀ। ਇਸ ਤਰ੍ਹਾਂ ਦੂਜੀ ਵਾਰੀ ਸਮਾਗਮ ਵਿੱਚ ਪਾਸ ਹੋਇਆ ਮਾਮਲਾ ਪਾਸ ਸਮਝਿਆ ਜਾਵੇਗਾ ਅਤੇ ਫੇਲ ਹੋਇਆ ਮਾਮਲਾ ਛੱਡ ਦਿੱਤਾ ਜਾਵੇਗਾ, ਅੱਗੋਂ ਵਾਸਤੇ ਨਹੀਂ ਵਿਚਾਰਿਆ ਜਾਏਗਾ। ਪ੍ਰੋਫੈਸਰ ਜੋਤ ਸਿੰਘ ਦੇ ਤੀਜੇ ਸਵਾਲ ਸੰਬੰਧੀ ਦੱਸਿਆ ਗਿਆ ਕਿ ਪ੍ਰਚਲਿਤ ਮਰਿਆਦਾ ਨੂੰ ਬਿਲਕੁਲ ਨਹੀਂ ਬਦਲਿਆ ਜਾਵੇਗਾ, ਕੇਵਲ ਉਹੀ ਗੱਲਾਂ ਸੰਬੰਧੀ ਬਹਿਸ ਹੋਵੇਗੀ ਜਿੱਥੇ ਮਰਿਆਦਾ ਇੱਕ ਹੈ ਹੀ ਨਹੀਂ, ਅਤੇ ਜੇ ਮਾਮਲਿਆਂ ਸੰਬੰਧੀ ਵੀ ਗੁਰਬਾਣੀ ਇਤਿਹਾਸ ਰਹਿਤਨਾਮਿਆਂ ਹੁਕਮਨਾਮਿਆਂ ਪ੍ਰਸਿੱਧ ਗੁਰਦੁਆਰਿਆਂ ਤੇ ਤਖਤ ਸਾਹਿਬਾਨ ਦੇ ਪੁਰਾਣੇ ਰਿਵਾਜ ਦੀ ਰੋਸ਼ਨੀ ਵਿੱਚ ਫੈਸਲਾ ਕੀਤਾ ਜਾਵੇਗਾ। ਤੋ ਇੱਥੇ ਸਿੱਖ ਦੀ ਜਿਹੜੀ ਤਰਮੀਮ ਹੈ ਤਾਰੀਫ ਹੈ ਇਹ ਪੜ੍ਹ ਕੇ ਸੁਣਾਈ ਗਈ। ਪ੍ਰੋਫੈਸਰ ਤੇਜਾ ਸਿੰਘ ਨੇ ਖਰੜੇ ਵਿੱਚ ਸਿੱਖ ਦੀ ਹੇਠ ਲਿਖੀ ਤਾਰੀਫ ਪੜ੍ਹ ਕੇ ਸੁਣਾਈ। ਮੈਂ ਬੇਨਤੀ ਕਰ ਰਿਹਾ 1934 ਦਾ ਜੋ ਗੁਰਦੁਆਰੇ ਗਜ਼ਟ 'ਚ ਮੈਟਰ ਮਿਲਦਾ ਮੈਂ ਉਹ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ। ਜੋ ਇਸਤਰੀ ਦਾ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਤੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੈ ਤੇ ਕਿਸੇ ਹੋਰ ਧਰਮ ਨਹੀਂ ਮੰਨਦਾ ਉਹ ਸਿੱਖ ਹੈ। ਇਸ ਸੰਬੰਧੀ ਕਈ ਤਰਮੀਮਾਂ ਤਰਤੀਬੀਆਂ ਹੀ ਪੇਸ਼ ਹੋਣ ਲੱਗ ਪਈਆਂ, ਜਿਹਾ ਕਿ ਜੋ ਉਹਦੇ ਬਾਅਦ ਕਿੱਸਾਧਾਰੀ ਸ਼ਬਦ ਵਧਾਇਆ ਜਾਵੇ। ਸਰਦਾਰ ਅਮਰੀਕ ਸਿੰਘ ਜੀ ਨੇ ਆਪਣੀ ਰਾਏ ਦਿੱਤੀ ਕਿ ਜੋ ਇਸਤਰੀ ਜਾਂ ਪੁਰਸ਼ ਜਿੱਥੇ ਲਿਖਿਆ ਉੱਥੇ ਲਿਖਿਆ ਕਿੱਸਾਧਾਰੀ ਲਿਖਿਆ ਨਾ ਲਿਖਿਆ ਹੋਣਾ ਚਾਹੀਦਾ ਹੈ। ਅੰਮ੍ਰਿਤਧਾਰੀ ਸਿੱਖ ਤੇ ਸਹਿਜਧਾਰੀ ਸਿੱਖ ਦੀ ਤਾਰੀਫ ਵੀ ਅੱਡ ਅੱਡ ਕੀਤੀ ਜਾਵੇ। ਇਹ ਜਸਾਲਦਾਰ ਸੁੰਦਰ ਸਿੰਘ ਜੀ, ਪ੍ਰੋਫੈਸਰ ਜੋਤ ਸਿੰਘ ਜੀ ਨੇ ਇਹ ਵਿਚਾਰ ਦਿੱਤੇ। ਇਹ ਖਰੜਾ ਹੈ ਹੀ ਅੰਮ੍ਰਿਤਧਾਰੀ ਸਿੱਖਾਂ ਲਈ, ਇਹ ਖਰੜਾ ਹੈ ਹੀ ਅੰਮ੍ਰਿਤਧਾਰੀ ਸਿੱਖਾਂ ਲਈ, ਸੋ ਇਸੇ ਅਨੁਸਾਰ ਖਰੜੇ ਤੇ ਹੈਡਿੰਗ ਵਿੱਚ ਤਬਦੀਲੀ ਕਰ ਲਈ ਜਾਵੇ। ਪ੍ਰਿੰਸੀਪਲ ਧਰਮਾਨੰਦ ਸਿੰਘ ਜੀ। ਸਵਾਮੀ ਰਾਜ ਕੁਮਾਰ ਤੀਰਥਦਾਸੀ ਨੇ ਕਿਹਾ ਕਿ ਸਾਨੂੰ ਇਸ ਖਰੜੇ ਤੇ ਵਿਚਾਰ ਕਰਨ ਦਾ ਸਮਾਂ ਨਹੀਂ ਮਿਲਿਆ, ਸੋ ਜਾਂ ਤਾਂ ਇਸ ਦਾ ਨਾਮ ਖਾਲਸਾ ਰਹਿਤ ਮਰਿਆਦਾ ਰੱਖਿਆ ਜਾਵੇ ਜਾਂ ਸਾਨੂੰ ਵਿਚਾਰ ਦਾ ਸਮਾਂ ਦਿੱਤਾ ਜਾਵੇ। ਇਸ ਸੰਬੰਧੀ ਖਿਆਲ ਪ੍ਰਗਟ ਕਰਦਿਆਂ ਹੋਇਆ ਗਿਆਨੀ ਸ਼ੇਰ ਸਿੰਘ ਜੀ, ਗੋਪਾਲ ਸਿੰਘ ਜੀ, ਸਰ ਭਾਗ ਸਿੰਘ ਜੀ, ਸਰ ਮਹਿੰਦਰ ਸਿੰਘ ਜੀ ਸਿੱਧਵਾਂ, ਭਾਈ ਸ਼ਰਧਾ ਸਿੰਘ ਜੀ ਤੇ ਗਿਆਨੀ ਨਾਰ ਸਿੰਘ ਜੀ ਨੇ ਫਰਮਾਇਆ ਕਿ ਉਦਾਸੀ ਸੰਤਾਂ ਨੂੰ ਵਿਚਾਰ ਵਿੱਚ ਹਿੱਸਾ ਲੈਣ ਲਈ ਸਮਾਂ ਮਿਲਣਾ ਚਾਹੀਦਾ ਹੈ, ਸੋ ਸਮਾਗਮ ਮੁਲਤਵੀ ਹੋਣਾ ਚਾਹੀਦਾ ਹੈ। ਖਰੜਾ ਪਾਸ ਕਰਨ ਵਿੱਚ ਕਾਹਲੀ ਨਹੀਂ ਕਰਨੀ ਚਾਹੀਦੀ। ਪਰੰਤੂ ਭਾਈ ਕਰਤਾਰ ਸਿੰਘ ਜੀ ਝੱਬਰ, ਪ੍ਰੋਫੈਸਰ ਗੰਗਾ ਸਿੰਘ ਜੀ, ਗਿਆਨੀ ਸੁੰਦਰ ਸਿੰਘ ਜੀ, ਗਿਆਨੀ ਕਰਤਾਰ ਸਿੰਘ ਜੀ ਲਾਇਲਪੁਰੀ, ਇਹਨਾਂ ਸੱਜਣਾਂ ਨੇ ਫਰਮਾਇਆ ਕਿ ਸਮਾਗਮ ਮੁਲਤਵੀ ਨਹੀਂ ਹੋਣਾ ਚਾਹੀਦਾ।
ਸਾਰੀਆਂ ਸੰਪਰਦਾਵਾਂ ਦੀ ਇੱਕ ਰਹਿਤ ਮਰਿਆਦਾ ਹੋ ਹੀ ਨਹੀਂ ਸਕਦੀ। ਇਸ ਖਰੜਾ ਤਾਂ ਪਾਸ ਹੋਣਾ ਚਾਹੀਦਾ ਹੈ। ਸੰਪਰਦਾਵਾਂ ਨੂੰ ਇਕੱਠਿਆਂ ਕਰਨ ਲਈ ਵੱਖਰਾ ਯਤਨ ਕਰਨਾ ਚਾਹੀਦਾ ਹੈ। ਇਸ ਦੇ ਪ੍ਰਧਾਨ ਜੀ ਨੇ ਕੀਤਾ ਕਿ ਇਸ ਕੰਮ ਲਈ ਸਮਾਗਮ ਮੁਲਤਵੀ ਨਹੀਂ ਹੋ ਸਕਦਾ। ਤਾਂ ਸਿੱਖ ਦੀ ਤਾਰੀਫ ਉੱਤੇ ਵਿਚਾਰ ਹੋਵੇ। ਫਿਰ ਵਿਚਾਰ ਹੋਈ ਤਾਰੀਫ ਕਿਉਂ ਹੋਵੇ। ਸਾਹਿਬ ਮੰਗਲ ਸਿੰਘ ਜੀ ਨੇ ਵਿਚਾਰ ਦਿੱਤੇ, ਜੋ ਇਸਤਰੀ ਜਾਂ ਪੁਰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਤੇ ਉਹਨਾਂ ਦੇ ਚਲਾਏ ਹੋਏ ਧਰਮ ਨੂੰ ਆਪਣਾ ਧਰਮ ਮੰਨਦਾ ਹੋਵੇ ਤੇ ਹੋਰ ਕਿਸੇ ਧਰਮ ਨੂੰ ਨਾ ਮੰਨਦਾ ਹੋਵੇ, ਉਹ ਸਿੱਖ ਹੈ। ਗਿਆਨੀ ਸ਼ੇਰ ਸਿੰਘ ਜੀ ਨੇ ਇਸ ਦੀ ਵਿਰੋਧਤਾ ਕੀਤੀ। ਉਹਨਾਂ ਦੱਸਿਆ ਕਿ ਜਿਹੜੀਆਂ ਸੰਪਰਦਾਵਾਂ ਸਾਰੇ ਗੁਰੂ ਸਾਹਿਬਾਨ ਨੂੰ ਇੱਕ ਜੋਤ ਨਹੀਂ ਮੰਨਦੀਆਂ, ਉਹ ਸਿੱਖ ਪੰਥ ਵਿੱਚੋਂ ਅਲੱਗਾ ਕੀਤੀਆਂ ਜਾਂਦੀਆਂ ਰਹੀਆਂ ਹਨ, ਜਿਵੇਂ ਕਿ ਰਾਮ ਰਹੀਏ ਤੇ ਧੀਰ ਬੱਲੀਏ। ਇਸ ਵਾਸਤੇ ਗਿਆਨੀ ਤਰਲੋਚਨ ਸਿੰਘ ਨੇ ਫਰਮਾਇਆ ਕਿ ਸਿੱਖ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ। ਇਹ ਤਾਰੀਫ ਕਾਫੀ ਨਹੀਂ ਹੈ। ਤਾਰੀਫ ਕੀਤੀ ਹੀ ਨਾ ਜਾਵੇ। ਸਾਰਾ ਖਰੜਾ ਸਿੱਖ ਦੀ ਤਾਰੀਫ ਹੀ ਕਰ ਰਿਹਾ ਹੈ। ਇਹ ਗੰਡਾ ਸਿੰਘ ਜੀ ਤੇ ਗਿਆਨੀ ਨਾਹਰ ਸਿੰਘ ਜੀ ਨੇ ਇਹ ਵਿਚਾਰ ਦਿੱਤੇ। ਤਾਰੀਫ ਆਖਿਰ ਤੇ ਕਰ ਲਈ ਜਾਵੇ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ, ਗਿਆਨੀ ਸ਼ੇਰ ਸਿੰਘ ਜੀ, ਸੰਤ ਤੇਜਾ ਸਿੰਘ ਜੀ, ਪ੍ਰੋਫੈਸਰ ਗੰਗਾ ਸਿੰਘ ਜੀ, ਪ੍ਰੋਫੈਸਰ ਤੇਜਾ ਸਿੰਘ ਜੀ ਨੇ ਫਰਮਾਇਆ ਕਿ ਖਰੜੇ ਵਾਲੀ ਤਾਰੀਫ ਬਿਲਕੁਲ ਠੀਕ ਹੈ ਤੇ ਇਹ ਸ਼ੁਰੂ ਵਿੱਚ ਹੀ ਜ਼ਰੂਰ ਦਰਜ ਕਰ ਦੇਣੀ ਚਾਹੀਦੀ ਹੈ। ਪ੍ਰਧਾਨ ਸਾਹਿਬ ਨੇ ਸਮਾਗਮ ਦੇ ਖਿਆਲਾਤ ਜਾਂਚ ਕੇ ਰੂਲਿੰਗ ਦਿੱਤਾ ਕਿ ਸਮਾਗਮ ਤਾਰੀਫ ਸੰਬੰਧੀ ਸਹਿਮਤ ਨਹੀਂ ਹੈ, ਇਸ ਲਈ ਮਾਮਲਾ ਰੋਹ ਰੀਤੀ ਕਮੇਟੀ ਦੇ ਸਪੁਰਦ ਕੀਤਾ ਜਾਂਦਾ ਹੈ। ਰੋਹ ਰੀਤੀ ਸਬ ਕਮੇਟੀ ਦੀ ਵਿਚਾਰ ਮੁੜ ਭਰੇ ਸਮਾਗਮ ਵਿੱਚ ਪੇਸ਼ ਹੋਵੇਗੀ, ਪਰ ਉਸ ਸਮੇਂ ਨਵੀਆਂ ਤਰਮੀਮਾਂ ਪੇਸ਼ ਨਹੀਂ ਹੋ ਸਕਣਗੀਆਂ। ਤੋ ਇਹ ਤਰਮੀਮ ਜਿਹੜੀ ਸੀ, ਇਸ ਪਹਿਲੀ ਪਰਿਭਾਸ਼ਾ ਦੇ ਉੱਤੇ ਇੰਨਾ ਫਿਰ ਵਿਚਾਰ ਹੁੰਦੀ ਰਹੀ, ਜਿਹੜੀ ਵਿਚਾਰ ਪਿੱਛੇ ਕਲਾਸ ਵਿੱਚ ਵੀ ਚੱਲਦੀ ਰਹੀ। ਉਦੋਂ ਵੀ ਪੰਥ ਨੇ ਬੜੀ ਲੰਬੀਆਂ ਚੌੜੀਆਂ ਵਿਚਾਰਾਂ ਇਹਦੇ ਤੇ ਕੀਤੀਆਂ। ਅਖੀਰ ਇਹ ਜਿਹੜਾ ਜੋ ਤਾਰੀਫ ਹੁਣ ਦਿੱਤੀ ਗਈ ਹੈ ਸਿੱਖ ਰਹਿਤ ਮਰਿਆਦਾ ਵਿੱਚ, ਇਹੋ ਹੀ ਪਾਸ ਹੋਈ ਕਿ ਇਹ ਸਿੱਖ ਦੀ ਤਾਰੀਫ ਹੈ। ਇਹਦੇ ਤੇ ਹੋਰ ਸਪਸ਼ਟੀਕਰਨ ਜਿਹੜਾ ਹੈ ਕਿਤੇ ਵੀ ਰਹਿਤ ਮਰਿਆਦਾ ਵਿੱਚ ਸਾਨੂੰ ਨਹੀਂ ਮਿਲਦਾ। ਇਹ ਸਿੱਖ ਰਹਿਤ ਮਰਿਆਦਾ ਦਾ ਕੁਛ ਇਤਿਹਾਸ ਹੈ ਜਿਹੜਾ ਸਿੱਖ ਰਹਿਤ ਮਰਿਆਦਾ ਬਣਨ ਦੇ ਉੱਤੇ ਟਾਈਮ ਲੱਗਾ, ਔਰ ਲਗਭਗ ਅਸੀਂ ਇਹ ਕਹਿ ਸਕਦੇ ਹਾਂ ਕਿ 14 ਸਾਲ ਦਾ ਸਮਾਂ 31 ਤੋਂ ਲੈ ਕੇ 45 ਤੱਕ ਦਾ ਇਹ ਸਮਾਂ ਇਹਨੂੰ ਲੱਗਾ, ਜਿਹਦੇ ਵਿੱਚ ਇਹ ਵਿਚਾਰ ਸਾਰੇ ਖੁੱਲ ਕੇ ਸਾਹਮਣੇ ਆਉਂਦੇ ਹਨ। ਉਹਦੀਆਂ ਵਿਚਾਰਾਂ ਆਪਾਂ ਸਿੱਖ ਰਹਿਤ ਮਰਿਆਦਾ ਦੇ। ਇਸ ਤੋਂ ਬਾਅਦ ਹੋਰ ਅਗਲੀਆਂ ਮੀਟਿੰਗਾਂ ਦੀਆਂ ਵਿਚਾਰਾਂ ਹਨ ਜਾਂ ਹੋਰ ਹਨ, ਉਹ ਮੈਨੂੰ ਲੱਗਦਾ ਹੈ ਉਹਦਾ ਕੋਈ ਬਹੁਤਾ ਲਾਭ ਨਹੀਂ ਹੈ ਜਿਹਨੂੰ ਆਪਾਂ ਵਿਚਾਰ ਹੋਰ ਕਰ ਲਈਏ। ਤੋ ਇੱਥੇ ਹੀ ਵਿਚਾਰਾਂ ਦੀ ਸਮਾਪਤੀ ਕਰ ਰਹੇ ਹਾਂ। ਇਹ ਜੋ ਮਤੇ ਹੋਏ, ਜਿਸ ਤਰ੍ਹਾਂ ਦਾ ਇਹ ਮਤੇ ਕੀਤੇ ਗਏ, ਉਹ ਮੈਂ ਆਪ ਜੀ ਦੇ ਨਾਲ ਕੁਝ ਵਿਚਾਰਾਂ ਜੋ ਮੇਰੇ ਕੋਲ ਲਿਖਤੀ ਤੌਰ ਤੇ ਆ ਗਿਆ ਜਾਂ ਇਹ ਕਹਿ ਲਈਏ ਜਾਂ ਮਿਲ ਸਕਿਆ, ਮੈਂ ਆਪ ਜੀ ਨਾਲ ਸਾਂਝਾ ਕੀਤਾ। ਵਿਚਾਰ ਫਿਰ ਬੇਨਤੀ ਕਰਦੇ ਹਾਂ, ਮੁਕੰਮਲ ਨਹੀਂ ਹੁੰਦੇ। ਇੱਥੇ ਹਮੇਸ਼ਾ ਹੀ ਵਿਚਾਰਾਂ ਹੁੰਦੀਆਂ ਰਹਿੰਦੀਆਂ ਨੇ, ਰਾਵਾਂ ਹੁੰਦੀਆਂ ਰਹਿੰਦੀਆਂ ਨੇ। ਆਪੋ ਵਿੱਚ ਵਿਚਾਰ ਵਟਾਂਦਰੇ ਨਾਲ ਹੀ ਅਸੀਂ ਹੱਲ ਹਮੇਸ਼ਾ ਕਰ ਸਕਦੇ ਹਾਂ ਜੀ। ਸਿੱਖ ਰਹਿਤ ਮਰਿਆਦਾ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਆਪ ਪਾਸੋਂ ਮੈਂ ਚਾਹੁੰਦਾ ਹਾਂ। ਨਾਲ ਹੀ ਬੇਨਤੀ ਕਰ ਰਿਹਾ ਹਾਂ ਪੈਨਲ ਮੈਂਬਰਸ ਨੂੰ ਵੀ ਬੈਠੇ ਹੋਏ ਨੇ ਕਿ ਅੱਗੋਂ ਅਸੀਂ ਕੀ ਸ਼ੁਰੂ ਕਰਨਾ ਹੈ, ਉਹਦੇ ਲਈ ਵੀ ਆਪਣੀਆਂ ਵਿਚਾਰਾਂ ਕਿਰਪਾ ਕਰਕੇ ਦੇ ਦਿੱਤੀਆਂ ਜਾਣ, ਤਦ ਕਿ ਅਸੀਂ ਉਸ ਟੌਪਿਕ ਨੂੰ ਵੀ ਅੱਗੋਂ ਨਿਭਾ ਸਕੀਏ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਹਿਤ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।